ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਤਿ ਸ਼੍ਰੀ ਅਕਾਲ जी शुक्रिया सारे सत श्री अकाल। ਕੀ ਹਾਲ ਚਾਲ? ਠੀਕ ਠਾਕ ਹੋ? हाँ जी हाँ जी हाँ जी सर। ਅੱਛਾ, ਰਾਮ ਬਣਾਈਆਂ ਜੋੜੀਆਂ ਜਗ ਥੋੜੀਆਂ। ਹਾਂਜੀ, ਆ ਜੋੜੀ ਬੜੀ ਤਗੜੀ ਬਣ ਗਈ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਸਾਹਿਬ। ਇਹਨਾਂ ਦਾ ਰੋਜ਼ ਹੀ ਟਿਕੜਿਕਾ ਰਹਿੰਦਾ, ਨਹੀਂ ਟਲਦੇ। ਕੰਮ ਫੇਰ ਸ਼ੁਰੂ। ਕੀ ਕਹਿਣਾ ਚਾਹੋਗੇ ਤੁਸੀਂ? ਇਹ ਤਾਂ ਦੇਖੋ ਹੁਣ ਇੱਕ ਸੰਕਟ ਹੀ ਹੈ। ਇੱਕ ਤਾਂ ਹੁੰਦੀ ਹੈ ਨਾ ਕਿ ਟਸਲ ਹੁੰਦੀ ਹੈ, ਇਹ ਤਾਂ ਹੁਣ ਵਿਧਾਨਕ ਸੰਕਟ ਪੈਦਾ ਹੋ ਗਿਆ ਨਾ, ਕਿਉਂਕਿ ਜਦੋਂ ਆਪਾਂ ਥੋੜਾ ਸੰਵਿਧਾਨ ਨੂੰ ਪੜ੍ਹਦੇ ਆ ਨਾ, ਉੱਥੇ ਫਿਰ ਪਤਾ ਲੱਗਦਾ ਕਿ ਇਹਨਾਂ ਦੇ ਜਿਹੜੇ ਇੱਟ ਖੜਕੇ ਉਹ ਕਿਸ ਲੈਵਲ ਦੇ ਆ। ਕਿਉਂਕਿ ਇੱਕ ਹੈਗਾ ਹੈਡ ਆਫ ਦਾ ਸਟੇਟ, ਇੱਕ ਹੈਗਾ ਹੈਡ ਆਫ ਦਾ ਗਵਰਨਮੈਂਟ ਜੀ। ਤੁਸੀਂ ਸੋਚ ਕੇ ਦੇਖੋ, ਗਵਰਨਮੈਂਟ ਇੱਥੇ ਕੋਈ ਪਿੰਡ ਦਾ ਹੈਡ ਹੋਵੇ ਨਾ, ਉਹਦਾ ਹੀ ਹੈਡ ਜਿਹੜਾ ਹੈ ਉਹ ਚੁੱਕਿਆ ਜਾਂਦਾ ਹੈ। ਤਾਂ ਇੱਥੇ ਤੁਸੀਂ ਹਿਸਾਬ ਲਾ ਲਓ ਕਿ ਕੋਈ ਸਟੇਟ ਦਾ ਹੈਡ ਹੈ ਤੇ ਕੋਈ ਗਵਰਨਮੈਂਟ ਦਾ ਹੈਡ ਹੈ। ਤਾਂ ਦੋਨਾਂ ਦੇ ਹੈਡ ਜਿਹੜੇ ਆ ਉਹ ਤੱਤੇ ਹੋਏ ਪਏ ਨੇ ਇੱਕ ਦੂਜੇ ਪ੍ਰਤੀ। ਤਾਂ ਫਿਰ ਭਾਈ ਔਖਾ ਹੀ ਆ। ਸੋ ਪਹਿਲਾਂ ਖਤੋ ਖਤਾਬਤ ਜਿਹੜੀ ਹੋਈ ਆ, ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਗਵਰਨਰ ਸਾਹਿਬ ਨੇ ਕਹਿ ਦਿੱਤਾ ਕਿ ਜੀ ਇਹ ਤਾਂ ਜਿਹੜਾ ਸੈਸ਼ਨ ਹੀ ਸਾਰਾ ਗੈਰ ਵਿਧਾਨਕ ਸੀ। ਫਿਰ ਮੁੱਖ ਮੰਤਰੀ ਸਾਹਿਬ ਨੇ ਹਾਲ ਦੇ ਦਿਨਾਂ ਦੇ ਵਿੱਚ ਚਿੱਠੀ ਲਿਖ ਦਿੱਤੀ, ਕਹਿੰਦੇ ਜੀ ਕੋਈ ਗੱਲ ਨਹੀਂ, ਵੇਟ ਕਰੋ, ਇਹ 4 ਬਿੱਲ ਪਾਸ ਹੋ ਜਾਣਗੇ। ਮਤਲਬ ਕਿ ਇੱਕ ਤਰ੍ਹਾਂ ਨਾਲ ਸਿੱਧਾ ਗਵਰਨਰ ਨੂੰ ਚੇਤਾਣਾ ਆਇਆ ਕਿ ਹੋ ਜਾਣਗੇ ਬਿੱਲ ਪਾਸ। ਤਾਂ ਫਿਰ ਉਹਨਾਂ ਨੇ ਕੱਲ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ। ਉਹ ਫਲੱਡ ਪ੍ਰਭਾਵਿਤ ਜਿਹੜੇ ਏਰੀਏ ਨੇ ਉਹਨਾਂ ਦੇ ਵਿੱਚ ਚਲੇ ਗਏ ਗਵਰਨਰ ਸਾਹਿਬ। ਹਾਲਾਂਕਿ ਅਧਿਕਾਰ ਖੇਤਰ ਤੇ ਹੈ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੇ ਆਪਾਂ ਆਰਟੀਕਲ ਵੇਖੀਏ ਤਾਂ ਆਰਟੀਕਲ 153 ਤੋਂ ਸ਼ੁਰੂ ਹੋ ਜਾਂਦਾ, 200 ਤੱਕ ਮਤਲਬ ਕਿ ਰਾਜਪਾਲ ਦੀਆਂ ਸ਼ਕਤੀਆਂ ਦਾ ਘੇਰਾ ਹੈਗਾ, ਉਤੋਂ ਵੀ ਚਲੇ ਜਾਂਦਾ ਅੱਗੇ। ਤਾਂ ਖੈਰ, ਤਾਂ ਉਹਨਾਂ ਦੀਆਂ ਸ਼ਕਤੀਆਂ ਦਾ ਦਾਇਰਾ ਘੇਰਾ ਵਸੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਆਮ ਤੌਰ ਤੇ ਗਵਰਨਰ ਏਦਾਂ ਨਹੀਂ ਕਰਦੇ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹ ਨਾ ਸਿਰਫ ਉੱਥੇ ਜਾਇਜ਼ਾ ਲੈ ਰਹੇ ਆ, ਬਲਕਿ ਕਹਿ ਰਹੇ ਕਿ ਜਲਦੀ ਰਿਪੋਰਟਾਂ ਤਿਆਰ ਕਰਕੇ ਕੰਪਨਸੇਟ ਦੇਵਾਂਗੇ, ਤੁਹਾਨੂੰ ਕੰਪਨਸੇਟ ਕਰ ਦੇਵਾਂਗੇ। ਇਹ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ, ਸਧਾਰਨ ਗੱਲਾਂ ਨਹੀਂ। ਪੈਰਲਲ ਜਿਹੜਾ ਹੈ ਮੁੱਖ ਮੰਤਰੀ। ਹਾਂਜੀ, ਮੁੱਖ ਮੰਤਰੀ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਪਹਿਲਾਂ ਜਦੋਂ ਆਪਾਂ ਸ਼ਕਤੀਆਂ ਦੀ ਵਿਆਖਿਆ ਸਮਝਾਂਗੇ ਨਾ, ਫਿਰ ਕਹਾਣੀ ਸਮਝ ਆਉਂਦੀ ਹੈ। ਅੱਛਾ ਜੀ। ਸੋ ਸ਼ਕਤੀਆਂ ਜਿਹੜੀਆਂ ਵਿਵੇਕ ਤੇ ਆਧਾਰਿਤ ਹੁੰਦੀਆਂ, ਆਮ ਤੌਰ ਤੇ ਰਾਜਪਾਲ ਵਿਵੇਕ ਦੀ ਵਰਤੋਂ ਕਰਦਿਆਂ ਸਰਕਾਰ ਦੇ ਕੰਮਾਂ 'ਚ ਬਹੁਤਾ ਦਖਲ ਨਹੀਂ ਦਿੰਦੇ ਜੀ। ਸਿੱਧਾ ਇਜਲਾਸ ਤੱਕ ਰਹੇ, ਬਿੱਲਾਂ ਤੱਕ ਰਹੇ, ਬਸ ਠੀਕ ਹੈ। ਪਰ ਇਹ ਗਵਰਨਰ ਸਾਹਿਬ ਜਦੋਂ ਆਏ ਸਨ, ਮੈਂ ਉਦੋਂ ਹੀ ਪੰਜਾਬੀਆਂ ਨੂੰ ਦੱਸ ਦਿੱਤਾ ਸੀ ਕਿ ਇਹ ਗਵਰਨਰ ਸਧਾਰਨ ਗਵਰਨਰ ਨਹੀਂ ਹੈ। ਤਾਂ ਉਹਨਾਂ ਨੇ ਕੱਲ ਫੇਰ ਕਹਿ ਦਿੱਤਾ, ਉਹ ਕਹਿੰਦੇ ਕਿ ਬਾਈ ਲੀਗਲ ਓਪੀਨੀਅਨ ਨਾਲ ਆ ਸਾਰਾ ਕੁਛ ਆ। ਇਹ ਸੈਸ਼ਨ ਜਿਹੜਾ ਉਹਨਾਂ ਨੇ ਦੱਸਿਆ ਕਿ ਟੈਕਨੀਕਲਿਟੀ ਦੱਸੀ ਆ ਕਿ ਗੈਰ ਵਿਧਾਨਕ ਕਿਉਂ ਆ। ਉਹ ਕਹਿੰਦੇ ਕਿ ਦੇਖੋ, ਅੱਗੇ ਬਜਟ ਇਜਲਾਸ ਜਿਹੜਾ ਹੋਇਆ ਸੀਗਾ, ਐਕਸਟੈਂਸ਼ਨ ਤਦ ਹੁੰਦੀ ਆ ਇੱਕ ਚਲੰਤ ਇਜਲਾਸ ਦੀ। ਟੈਕਨੀਕਲੀ ਹੈ ਇਹ ਚੀਜ਼ ਸਮਝਣ ਵਾਲੀ ਕਿ ਦੇਖੋ, ਜਦੋਂ ਇਜਲਾਸ ਚੁੱਕਿਆ ਜਾਂਦਾ ਨਾ, ਇਹਨੂੰ ਹੁਣ ਮੈਂ ਕਿਉਂਕਿ ਇਹਨਾਂ ਦੇ ਸ਼ਬਦ ਹੋਰ ਹੁੰਦੇ, ਮੈਂ ਤੁਹਾਨੂੰ ਪੰਜਾਬੀ ਠੇਠ 'ਚ ਸਮਝਾ ਦਿੰਦਾ। ਇੱਕ ਇਜਲਾਸ ਚੱਲ ਰਿਹਾ, ਇੱਕ ਹੁੰਦਾ ਸਪੀਕਰ ਨੇ ਕਹਿ ਦਿੱਤਾ ਕਿ ਹਾਊਸ ਬਈ ਇੱਕ ਵਾਰੀ ਬਈ ਪੱਕੇ ਤੌਰ ਤੇ ਚੱਕ ਦਿਓ, ਚੱਕਿਆ ਗਿਆ, ਫੇਰ ਮਿਲਾਂਗੇ, ਚਲੋ ਚੱਲੀਏ ਘਰਾਂ ਨੂੰ, ਠੀਕ ਹੈ ਜੀ। ਇੱਕ ਹੁੰਦਾ ਹੈ ਕਿ ਇਹਨੂੰ ਹਾਲ ਦੀ ਘੜੀ ਮੁਲਤਵੀ ਕੀਤਾ ਜਾ ਰਿਹਾ ਹੈ। ਮੁਲਤਵੀ ਮਤਲਬ ਕਿ ਇਹ ਹਾਲੇ ਚੁੱਕਿਆ ਨਹੀਂ ਗਿਆ, ਪੱਕਾ ਚਾਲੂ ਹਾਲਤ 'ਚ ਹੀ ਆ, ਬਸ ਬ੍ਰੇਕ ਹੈ। ਤਾਂ ਉਹਦੇ 'ਚ ਕੀ ਹੁੰਦਾ ਕਿ ਜਦੋਂ ਮਰਜ਼ੀ ਫਿਰ ਇਹ ਦੁਬਾਰਾ ਕਾਲ ਕਰ ਸਕਦੇ, ਕਿਉਂਕਿ ਉਹ ਚਾਲੂ ਹਾਲਤ ਦੇ ਵਿੱਚ ਆ, ਬੰਦ ਨਹੀਂ ਹੋਇਆ ਜੀ। ਹੁਣ ਇੱਥੇ ਰਾਜਪਾਲ ਨੇ ਇਸ ਗੱਲ ਦੀ ਸਾਰੀ ਵਿਆਖਿਆ ਕੀਤੀ ਆ ਕਿ ਦਰਅਸਲ ਬਜਟ ਇਜਲਾਸ ਉਹ ਤਾਂ ਹੁੰਦਾ ਹੈ ਜੇਕਰ ਕੋਈ ਕੰਮਕਾਰ ਮਤਲਬ ਕਿ ਅਧੂਰਾ ਰਹਿ ਗਿਆ, ਉਸਨੂੰ ਪੂਰਾ ਕਰਨਾ ਹੈ। ਤੇ ਬਜਟ ਇਜਲਾਸ ਦੇ ਨਾਲ ਜੁੜਿਆ ਬਜਟ ਦਾ ਕੋਈ ਕੰਮ ਕਰ ਤੇ ਇਹਨਾਂ ਨੇ ਕੀਤਾ ਹੀ ਨਹੀਂ, ਹੋਰ ਹੀ ਇਹਨਾਂ ਨੇ ਚੰਨ ਚਾੜ ਦਿੱਤੇ ਨੇ। ਤੇ ਦੂਜੇ ਪਾਸੇ ਮਾਨ ਸਾਹਿਬ ਕਹਿੰਦੇ ਕਿ ਅਮਰਿੰਦਰ ਸਿੰਘ ਨੇ ਵੀ ਅਜਿਹਾ ਕੀਤਾ ਸੀ। ਉਹ ਇਹ ਨਹੀਂ ਦੱਸਦੇ ਕਿ ਅਮਰਿੰਦਰ ਸਿੰਘ ਨੇ ਨਹੀਂ, ਅਰਵਿੰਦ ਕੇਜਰੀਵਾਲ ਨੇ ਵੀ ਕੀਤਾ, ਉਹਨਾਂ ਨੇ ਵੀ ਬਥੇਰੀ ਵਾਰ ਇਸ ਤਰ੍ਹਾਂ ਹੀ ਇਜਲਾਸ ਸੱਦਿਆ ਹੈਗਾ। ਤਾਂ ਹੁਣ ਕੱਲ ਮਾਨ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦੇ ਗਵਰਨਰ ਬੇਸ਼ਰਮੀ ਨਾਲ ਸਰਕਾਰਾਂ 'ਚ ਦਖਲ ਦਿੰਦੇ ਆ।
ਇਹ ਵੀ ਸ਼ਬਦ ਇਸਤੇਮਾਲ ਕੀਤਾ ਉਹਨਾਂ ਨੇ ਦਿੱਲੀ 'ਚ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਸੰਕਟ ਹੈ ਸ਼ਕਤੀਆਂ ਦੇ ਟਕਰਾਓ ਦਾ, ਜਿਹੜਾ ਪੰਜਾਬ ਦੀ ਧਰਤੀ ਤੇ ਇਸ ਵੇਲੇ ਵੇਖਣ ਨੂੰ ਮਿਲ ਰਿਹਾ। ਕੱਲ ਰਾਜਪਾਲ ਸਾਹਿਬ ਦਾ ਆਪਾਂ ਡਿਸਕਸ ਕਰ ਰਹੇ ਸਾਂ ਸੇ ਮੰਚ ਦੇ ਉੱਤੇ ਕਿ ਉਹ ਕਹਿੰਦੇ ਨੇ ਕਿ ਮੇਰੇ ਬੇਟਿਆਂ ਵਰਗੇ ਨੇ ਤੇ ਉਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਨਾ ਕਾਬਲੇ ਬਰਦਾਸ਼ਤ ਆ, ਉਹਨਾਂ ਨੂੰ ਸ਼ਬਦਾਵਲੀ ਸਹੀ ਵਰਤਣੀ ਚਾਹੀਦੀ। ਤੇ ਅੱਜ ਬੇਸ਼ਰਮੀ ਵਾਲਾ ਲਫ਼ਜ਼ ਜਿਹੜਾ ਹੈ ਕਿਸੇ ਇਸ ਅਹੁਦੇ ਦੇ ਉੱਤੇ ਬਿਰਾਜਮਾਨ ਲਈ ਸ਼ੋਭਾ ਦਿੰਦਾ ਨਹੀਂ ਦਿੰਦਾ, ਇਹ ਤੁਸੀਂ ਆਪ ਸੋਚ ਰਹੇ ਹੋ ਦੋਸਤੋ। ਤਲਖ ਟਿੱਪਣੀਆਂ ਦੇ ਨਾਲ ਇਹ ਵੀ ਪਤਾ ਲੱਗਾ ਹੈ ਕਿ ਈਡੀ ਦੇ ਡਾਇਰੈਕਟਰ ਕਾਲ ਦਾ ਜਿਹੜਾ ਕਾਰਜਕਾਲ ਹੈ, ਡਾਇਰੈਕਟਰ ਦਾ ਜਿਹੜਾ ਕਾਰਜਕਾਲ ਵਧਣ ਦੀਆਂ ਖਬਰਾਂ ਨੇ, ਇੱਥੇ ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਇਹ ਮੁੱਦਾ ਬਹੁਤ ਜ਼ਿਆਦਾ ਸੁਰਖੀਆਂ 'ਚ ਸੀਗਾ ਪਿਛਲੇ 4-5 ਮਹੀਨਿਆਂ ਤੋਂ। ਉਹਦੇ 'ਚ ਕੀ ਹੈ ਕਿ ਜਿਹੜੇ ਈਡੀ ਦੇ ਡਾਇਰੈਕਟਰ ਨੇ ਮਿਸਟਰ ਸੰਜੇ ਮਿਸ਼ਰਾ ਜੀ, ਇਹ ਵੈਸੇ ਤਾਂ ਜੇ ਤੁਸੀਂ ਦੇਖੋਗੇ ਤਾਂ ਇਹ ਬਹੁਤ ਵੱਡੇ ਆਰਥਿਕ ਮਾਹਰ ਵੀ ਨੇ, IRS ਰਿਟਾਇਰਡ ਨੇ। ਤਾਂ ਇਹਨਾਂ ਨੂੰ ਡਾਇਰੈਕਟਰ ਲਾਇਆ ਗਿਆ ਸੀਗਾ 18 ਦੇ ਵਿੱਚ, ਤੇ ਇਹਨਾਂ ਨੂੰ ਮਤਲਬ ਕਿ ਐਕਸਟੈਂਸ਼ਨਾਂ ਦਿੱਤੀਆਂ ਗਈਆਂ 1, 2 ਤੇ ਫਿਰ ਨਵੰਬਰ 23 ਤੱਕ। ਤਾਂ ਜਿਹੜਾ ਮਾਮਲਾ ਫਿਰ ਸੁਪਰੀਮ ਕੋਰਟ 'ਚ ਚੱਲ ਗਿਆ ਸੀਗਾ। ਸੁਪਰੀਮ ਕੋਰਟ ਨੇ ਪਿੱਛੇ ਜੇ ਇੱਕ ਫੈਸਲਾ ਦਿੱਤਾ ਸੀਗਾ ਕਿ ਇਹ ਨਿਯੁਕਤੀ ਜਿਹੜੀ ਹੈ ਉਹ ਗਲਤ ਆ, ਮਤਲਬ ਕਿ ਇੰਨੀਆਂ ਐਕਸਟੈਂਸ਼ਨਾਂ ਰਿਟਾਇਰਮੈਂਟ ਤੋਂ ਬਾਅਦ ਇਦਾਂ ਨਹੀਂ ਹੋ ਸਕਦਾ, ਸੋ ਬਈ ਇਹ ਨੂੰ ਰੱਦ ਕਰੋ, ਚੱਕੋ ਆਪਦਾ ਬਦਲੋ ਡਾਇਰੈਕਟਰ। ਥੋੜਾ ਸਮਾਂ ਦੇ ਦਿੱਤਾ ਸੀਗਾ ਕਿ 31 ਜੁਲਾਈ ਤੱਕ ਤੁਹਾਨੂੰ ਬਈ ਇਹ ਬੰਦਾ ਬਦਲਣਾ ਪਊਗਾ। ਇਦਾਂ ਟਾਈਮ ਦੇ ਕੇ ਤੇ ਇਹਨਾਂ ਨੇ ਪਹਿਲਾਂ ਹੀ ਨਵੇੜਾ ਕਰ ਦਿੱਤਾ ਸੀਗਾ। ਸਰਕਾਰ ਫਿਰ ਚਲੇ ਗਈ ਸੁਪਰੀਮ ਕੋਰਟ। ਸਰਕਾਰ ਨੇ ਜਾ ਕੇ ਕਿਹਾ ਕਿ ਦੇਖੋ ਮਸਲਾ ਇਹ ਆ ਕਿ ਜੋ FATF ਹੈ ਉਹ ਮਤਲਬ ਕਿ ਫਾਈਨੈਂਸ਼ੀਅਲ ਕੀ ਇਹਦੀ ਪਰਿਭਾਸ਼ਾ ਬਣੀ, ਐਕਸ਼ਨ ਟਾਸਕ ਫੋਰਸ, ਸੌਰੀ, ਉਹ ਇੱਕ ਕੌਮਾਂਤਰੀ ਮਤਲਬ ਕਿ ਹੈਗੀ ਆ ਟੀਮ ਕਹਿ ਲਓ, ਸੰਸਥਾ ਕਹਿ ਲਓ, ਉਹ ਹੈਲੋ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਹੈਲੋ ਜੀ ਜੀ ਜੀ, ਮੇਰੀ ਆਵਾਜ਼ ਆਉਂਦੀ ਹੈ? ਹਾਂਜੀ, ਉਹ ਸਮੱਸਿਆ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਦੇਖੋ ਰਿਵਿਊ ਤੇ ਹੈ ਜਿਹੜੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ, ਉਹ ਕਿਉਂਕਿ ਉਹ ਦੇਖਦੀ ਆ ਕਿਸੇ ਮੁਲਕ, ਜਿਵੇਂ ਪਾਕਿਸਤਾਨ ਨੂੰ ਕੀਤਾ ਉਹਨਾਂ ਨੇ ਗ੍ਰੇ ਲਿਸਟ 'ਚ ਪਾਤਾ ਸੀਗਾ ਨਾ, ਯਾਦ ਹੋਣਾ ਤੁਹਾਨੂੰ। ਜੀ 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 ਜੀ। ਤਾਂ ਬਹੁਤ ਸੰਕਟ 'ਚ ਫਸ ਜਾਂਦਾ ਕੋਈ ਵੀ ਮੁਲਕ, ਇਹਨਾਂ ਦੀਆਂ ਲਿਸਟਾਂ ਦੇ ਰੰਗ ਨੇ ਅਲੱਗ-ਅਲੱਗ। ਤਾਂ ਉਹ ਕਹਿੰਦੇ ਵੀ ਗੱਲ ਇਹ ਆ ਕਿ ਉਹਨਾਂ ਨੇ ਰਿਵਿਊ 'ਚ ਆਪਾਂ ਨੂੰ ਪਾਇਆ ਗਿਆ, ਉਹਨਾਂ ਨੇ ਰਿਵਿਊ ਕਰਨਾ ਹੈ। ਤੇ ਇਸ ਕਰਕੇ ਸੰਜੇ ਮਿਸ਼ਰਾ ਜੀ ਕਿਉਂਕਿ ਆਰਥਿਕ ਮਾਮਲਿਆਂ ਦੇ ਮਾਹਰ ਨੇ, ਤਾਂ ਬਈ ਇਹ ਰਿਵਿਊ ਜਦੋਂ ਤੱਕ ਚੱਲਦਾ ਹੈ ਨਾ ਉਦੋਂ ਤੱਕ ਤਾਂ ਘੱਟੋ ਘੱਟ ਬਈ 15 ਅਕਤੂਬਰ ਤੱਕ ਤਾਂ ਦਿਓ ਜੀ ਐਕਸਟੈਂਸ਼ਨ। ਤਾਂ ਸੁਪਰੀਮ ਕੋਰਟ ਨੇ ਉੱਥੇ ਬਹੁਤ ਵੱਡੀ ਗੱਲ ਕਹੀ। ਉਹਨਾਂ ਨੇ ਆਖਿਆ ਕਿ ਇਸ ਵਿਅਕਤੀ ਤੋਂ ਇਲਾਵਾ ਬਾਕੀ ਸਾਰੇ ਈਡੀ 'ਚ ਤੁਹਾਡੇ ਕੋਲ ਨਕਾਰੇ ਆ, ਇਹ ਸ਼ੇਰ ਜੰਮਿਆ ਬਸ ਕੱਲਾ, ਹੋਰ ਕੋਈ ਵਿਅਕਤੀ। ਇਹ ਬਹੁਤ ਵੱਡੀ ਟਿੱਪਣੀ ਹੈ, ਇਹ ਬਾਕੀ ਨਕਾਰੇ ਆ। ਇਹਦੇ ਤੇ ਤੁਸ਼ਾਰ ਮਹਿਤਾ ਜੀ ਜਿਹੜੇ ਸੋਲਿਸਿਟਰ ਜਨਰਲ ਆ ਉਹ ਵੀ ਪੇਸ਼ ਹੋਏ ਸਨ। ਉਹਨਾਂ ਨੇ ਕਿਹਾ ਜੀ ਕਿ ਦੇਖੋ 3 ਨਵੰਬਰ ਨੂੰ ਭਾਰਤ ਆਉਣ ਵਾਲੀ ਟੀਮ ਆ, ਉਸ ਕਰਕੇ ਸਾਰਾ ਕੁਝ ਜਿਹੜਾ ਆਪਦਾ ਪੱਖ ਰੱਖਣਗੇ। ਤਾਂ ਫਿਰ ਦੂਸਰੇ ਪਾਸੇ ਜਿਹੜੇ ਸਿੰਘਵੀ ਸਾਹਿਬ ਆ ਜਿਹੜੇ ਕਿ ਪਟੀਸ਼ਨ ਕਰਤਾ ਦੇ ਵਕੀਲ ਸੀਗੇ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਇਹਨਾਂ ਦੀ ਐਕਸਟੈਂਸ਼ਨ ਅਕਤੂਬਰ ਤੱਕ ਮੰਗੀ ਜਾ ਰਹੀ ਆ, ਤੇ ਰਿਵਿਊ ਤਾਂ ਜਿਹੜਾ 24 ਤੱਕ ਚੱਲਣਾ। ਫਿਰ ਇਸ ਤੋਂ ਇਲਾਵਾ ਇੱਕ ਹੋਰ ਵਕੀਲ ਜਿਹੜੇ ਅਨੂਪ ਜਾਰਜ ਚੌਧਰੀ, ਉਹਨਾਂ ਨੇ ਵੀ ਕਿਹਾ ਕਿ ਦੇਖੋ ਇਹ ਸਾਰਾ ਕੁਝ ਜਿਹੜਾ ਰਿਵਿਊ ਹੁੰਦਾ ਨਾ, ਇਹਦੇ 'ਚ ਭੂਮਿਕਾ ਤਾਂ ਹੁੰਦੀ ਆ ਫਾਈਨੈਂਸ ਦੇ ਮਾਮਲਿਆਂ ਦੇ ਜਿਹੜੇ ਸੈਕਟਰੀ ਸਾਹਿਬ ਹੁੰਦੇ ਆ ਉਹਨਾਂ ਦੀ, ਸਾਰਾ ਕੁਝ ਉਹਨਾਂ ਨੇ ਦੇਖਣਾ। ਤੇ ਇਹ ਤੁਸੀਂ ਅਜੀਬੋ-ਗਰੀਬ ਤਰਕ ਦੇ ਰਹੇ ਹੋ ਬਈ। ਉਹ ਕਹਿੰਦੇ ਕਿ ਜਦ ਕਿ ਜਿਹੜਾ ਰੈਵਨਿਊ ਹੈ ਤੁਹਾਡਾ ਮਾਲ ਮਹਿਕਮਾ, ਉਹਦੇ ਵਿੱਚ ਤੇ ਬਹੁਤ ਸਾਰੇ ਤਬਾਦਲੇ ਹੋ ਗਏ ਅਫਸਰਾਂ ਦੇ, ਟੌਪ ਦੇ ਅਫਸਰਾਂ ਦੇ, ਵੀ ਜਿਨ੍ਹਾਂ ਨੇ ਜਾ ਕੇ ਰਿਵਿਊ ਦੇ ਵਿੱਚ ਪ੍ਰੈਜੈਂਟੇਸ਼ਨ ਦੇਣੀ ਹੈ, ਉੱਥੇ ਤੇ ਜਿਹੜੇ ਹੈਡ ਨੇ ਉਹਨਾਂ ਦੇ, ਤਾਂ ਉਹਨਾਂ ਦੇ ਤਬਾਦਲੇ ਵੀ ਹੋ ਜਾਂਦੇ ਆ। ਤੇ ਬਾਕੀ ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਇਹ ਜਿਹੜਾ ਮਸਲਾ ਹੈ ਨਾ, ਇਹ ਮਸਲਾ 40 ਮਾਪਦੰਡਾਂ ਤੇ ਹੁੰਦਾ, ਉਹਦੇ ਚ ਇਕੱਲਾ ਈਡੀ ਦਾ ਨਹੀਂ ਹੁੰਦਾ ਸਾਰਾ ਕੁਝ। ਤਾਂ ਇਸ ਤਰ੍ਹਾਂ ਇੱਕ ਬਹੁਤ ਭਖਵੀਂ ਬਹਿਸ ਹੋਈ ਹੈ ਇਸ ਐਕਸਟੈਂਸ਼ਨ ਦੇ ਮਾਮਲੇ 'ਚ, ਕਿਉਂਕਿ ਇਦਾਂ ਅਜੇ ਤੱਕ ਹਿਸਟਰੀ 'ਚ ਕਦੇ ਨਹੀਂ ਸੀ ਹੋਇਆ ਜਿਸ ਤਰ੍ਹਾਂ ਇਹਨਾਂ ਨੂੰ ਐਕਸਟੈਂਸ਼ਨਾਂ ਦਿੱਤੀਆਂ ਗਈਆਂ ਲਗਾਤਾਰ ਮੁਸਲਸਲ। ਤਾਂ ਸੁਪਰੀਮ ਕੋਰਟ ਨੇ ਬਹੁਤ ਵੱਡੀ ਟਿੱਪਣੀ ਦੇ ਨਾਲ 15 ਸਤੰਬਰ ਤੱਕ ਇਹਨਾਂ ਨੂੰ ਟਾਈਮ ਦੇ ਦਿੱਤਾ ਕਿ ਉਹ ਵੀ ਅਸੀਂ ਦੇਸ਼ ਦੇ ਹਿੱਤ ਵਾਸਤੇ, ਕਿਉਂਕਿ ਤੁਸੀਂ ਦੇਸ਼ ਦੇ ਹਿੱਤ ਦਾ ਤਰਲਾ ਮਾਰਿਆ, ਅਸੀਂ ਉਹਦੇ ਵਾਸਤੇ ਟਾਈਮ ਇਹਨਾਂ ਕੋ ਦਿੰਦੇ।
ਦੋਸਤੋ ਤੁਸੀਂ ਵੌਇਸ ਆਫ ਸਿਟੀ 1320 AM ਦੇ ਨਾਲ YouTube Facebook ਤੇ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ। ਨਾਲ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਾਡੇ ਵੀਰ, ਸਾਡੀ ਜਿੰਦ ਜਾਨ, ਸਾਡੀ ਬੈਕਬੋਨ ਰੰਗਲਾ ਪੰਜਾਬ ਦੀ ਆਊਟ ਆਫ ਰੇਂਜ ਜਦੋਂ ਏਰੀਏ 'ਚ ਹੋ ਜਾਂਦੇ ਨੇ, ਕਿਉਂਕਿ ਇੱਕ ਰੇਡੀਓ ਚੱਲਦਾ ਪਿਆ ਨਾਲ ਸਾਡੇ ਪਿਛਲੇ 1997 ਤੋਂ CJMR 1320 ਮੀਟਰ ਬੈਂਡ। ਜਦੋਂ ਵੀ ਕਿਤੇ ਟੋਰਾਂਟੋ ਓਨਟੇਰੀਓ ਆਓ, ਇਹ ਇੱਕ AM ਚੈਨਲ ਹੈ, FM ਚੈਨਲ ਹੁੰਦੇ ਨੇ, ਇਹ AM ਚੈਨਲ ਹੈ ਤੇ 1320 ਤੇ ਇਹ ਕਮਿਊਨਿਟੀ ਦੇ ਵਿੱਚ 40-45 ਸਾਲ ਪੁਰਾਣਾ ਮਸ਼ਹੂਰ ਚੈਨਲ ਹੈ। ਔਰ ਇਹੀ ਟਾਈਮ ਸਭ ਤੋਂ ਜ਼ਿਆਦਾ ਪੁਰਾਣਾ ਮਸ਼ਹੂਰ ਹੈ ਓਨਟੇਰੀਓ ਦੇ ਵਿੱਚ। ਇੱਥੋਂ ਬੜੇ ਬੜੇ ਨਾਮ ਗਏ ਨੇ, ਕਿਸੇ ਦਾ ਜ਼ਿਕਰਨਾਮਾ ਕਰਾਂ। 8 ਵਜੇ ਤੋਂ ਲੈ ਕੇ 12 ਵਜੇ ਤੱਕ, ਸਵੇਰੇ 9 ਤੋਂ 11, ਤੇ ਹੋਰ ਵੀ ਚੈਨਲ ਬੜੇ ਆਉਂਦੇ ਨੇ, ਹੋਰ ਵੀ ਪ੍ਰੋਗਰਾਮ ਬੜੇ ਇਸ ਚੈਨਲ 'ਤੇ ਆਉਂਦੇ ਨੇ। ਸੈਟਰਡੇ ਸੰਡੇ ਸਾਡਾ 3 PM to 5 PM ਦਾ 5 to 6 ਰੇਡੀਓ ਪ੍ਰੋਗਰਾਮ ਹਮ ਇਸੇ ਹੀ ਚੈਨਲ 'ਤੇ, ਔਰ ਸੰਡੇ ਨੂੰ 1 PM to 4 PM ਤੁਸੀਂ ਇਸੇ ਹੀ ਚੈਨਲ 'ਤੇ ਟੋਰਾਂਟੋ ਦੇ ਸਮੇਂ ਦੇ ਮੁਤਾਬਕ ਸੁਣਦੇ ਹੋ। ਸਾਡੀ ਜਿੰਦ ਜਾਨ, ਸਾਡੀ ਬੈਕਬੋਨ ਜਿਹੜੇ ਦੂਰ ਚਲੇ ਜਾਂਦੇ ਨੇ, ਆਊਟ ਆਫ ਰੇਂਜ ਹੋ ਜਾਂਦੇ ਨੇ, ਤੇ ਉਹ ਸਾਨੂੰ ਟੈਲੀਫੋਨ ਦੀ ਲਾਈਨ 'ਤੇ ਸੁਣ ਰਹੇ ਨੇ ਤੇ ਖੁਸ਼ੀ ਹੁੰਦੀ ਹੈ। ਟੈਲੀਫੋਨ ਦੀ ਲਾਈਨ ਦੇ ਉੱਤੇ ਜਿਹੜੇ ਸਾਡੇ ਵੀਰ ਇਸ ਵਕਤ ਸੈਂਕੜੇ ਨੇ, ਉਹ ਸਾਨੂੰ ਸੁਣ ਰਹੇ ਨੇ, ਕਾਫੀ ਵੱਡੀ ਤਾਦਾਦ ਦੇ ਵਿੱਚ ਹੈ। ਜਿੱਥੇ ਤੁਸੀਂ ਆਪ ਸੁਣਦੇ ਹੋ, ਤੁਹਾਡਾ ਕੋਈ ਦੋਸਤ ਮਿੱਤਰ ਹੋਰ ਹੈ ਤਾਂ ਉਸ ਨੂੰ ਵੀ ਇਹ ਨੰਬਰ ਦੇ ਸਕਦੇ ਹੋ। ਪਹਿਲਾਂ ਅੱਜ ਤੋਂ 5 ਕੁ ਸਾਲ ਪਹਿਲਾਂ ਜਦੋਂ ਇਹ ਨੰਬਰ ਸਾਡੇ ਕੋਲ ਹੁੰਦਾ ਸੀ, ਕੋਵਿਡ ਤੋਂ ਪਹਿਲਾਂ ਮੈਂ ਕਹਾਂ, ਤਾਂ ਉਹ ਬੰਦ ਹੋ ਗਿਆ ਸੀ। ਸਮਹਾਉ ਅਸੀਂ ਉਸ ਨੂੰ ਦੁਬਾਰਾ ਨਹੀਂ ਸੀ ਚਾਲੂ ਕਰ ਸਕੇ। ਉਦੋਂ 700-800 ਬੰਦਾ ਜਿਹੜਾ ਸੀ ਇਹ ਲਾਈਨ 'ਤੇ ਸਾਨੂੰ ਸੁਣਾਉਂਦਾ ਹੁੰਦਾ ਸੀਗਾ। ਸੋ ਅੱਜ ਉਨੀ ਤਾਦਾਦ ਤਾਂ ਨਹੀਂ ਹੈ, ਭਾਵੇਂ ਹੋ ਸਕਦਾ ਤੁਸੀਂ ਐਪ ਡਾਊਨਲੋਡ ਕਰ ਲਏ ਹੁਣ ਉਹ 'ਤੇ ਸੁਣਦੇ ਹੋ, ਜਾਂ ਤੁਸੀਂ ਇੰਟਰਨੈਟ ਦੇ ਰਾਹੀਂ ਸੁਣਦੇ ਹੋ। ਉਦੋਂ ਇੰਟਰਨੈਟ ਸੀ ਆਪਣਾ, ਨਹੀਂ ਚੱਲਦਾ ਸੀਗਾ, ਆਪਾਂ ਇੰਟਰਨੈਟ 'ਤੇ ਨਹੀਂ ਸੀ, ਉਦੋਂ ਐਪ 'ਤੇ ਨਹੀਂ ਸੀ। ਵੱਖ-ਵੱਖ ਹੋਰ ਐਪਸ ਨੇ, ਉਹਨਾਂ 'ਤੇ ਨਹੀਂ ਸੀ, ਜਾਂ YouTube Facebook ਦੇ ਰਾਹੀਂ ਤੁਸੀਂ ਦੋਸਤ ਦੇਖ ਰਹੇ ਹੋ, ਸੁਣ ਰਹੇ ਹੋ। ਮੇਰੀ ਰਿਕੁਐਸਟ ਹੈ ਬਾਕੀ ਦੇ ਮਿੱਤਰਾਂ ਨੂੰ ਵੀ ਤੁਸੀਂ ਦੱਸ ਸਕਦੇ ਹੋ। ਨੰਬਰ ਹੈ 647 367 1320। ਇਹ ਨੰਬਰ ਕੈਨੇਡਾ ਦੇ ਕਿਸੇ ਵੀ ਸੂਬੇ ਦੇ ਵਿੱਚ ਤੁਸੀਂ ਸੁਣ ਸਕਦੇ ਹੋ, ਬਿਲਕੁਲ ਕ੍ਰਿਸਟਲ ਕਲੀਅਰ। ਤੁਹਾਨੂੰ ਜਿੱਦੇ ਆਊਟ ਆਫ ਰੇਂਜ ਹੋ ਜਾਓ, ਚਿਰੜ ਆਉਣ ਲੱਗ ਪੈਂਦੀ ਕਿਸੇ ਵੇਲੇ। 647 367 1320 ਜੇ ਡਬਲ ਤੁਹਾਨੂੰ ਚੈਨਲ ਸੁਣਾਈ ਦਿੰਦੇ ਨੇ, AM ਚੈਨਲ ਹੈ। ਔਰ 641 741 1919। ਕਿਸੇ ਵੇਲੇ ਤਾਂ ਬਹੁਤ ਲੰਬੀ ਰੇਂਜ ਇਹਦੋਂ ਹੀ ਹੋ ਜਾਂਦੀ ਹੈ, ਕਿਸੇ ਵੇਲੇ ਹੋ ਸਕਦਾ ਕਿ AM ਚੈਨਲ ਦੀ ਇਹੀ ਸਮੱਸਿਆ ਹੁੰਦੀ ਹੈ, ਪਰ ਇਹਦੀ ਜਿਹੜੀ ਬਾਉਂਡਰੀ ਹੈ ਉਹਦੇ ਵਿੱਚ ਬਹੁਤ ਕਲੀਅਰ ਇਹ ਸੁਣਾਈ ਦਿੰਦਾ। ਮੈਂ ਖੁਦ ਇਸ ਨੂੰ ਮੌਂਟਰੀਅਲ, ਟੋਰਾਂਟੋ, ਮੌਂਟਰੀਅਲ ਡਾਊਨਟਾਊਨ ਜਾ ਕੇ ਰੇਡੀਓ ਦੇ ਸੁਣਿਆ ਸੀਗਾ, ਕਾਰ ਦੇ ਵਿੱਚ ਬੈਠ ਕੇ, ਉੱਥੇ ਕਲੀਅਰ ਸੁਣਾਈ ਦਿੰਦਾ ਸੀ। ਅਜੂ ਜੀ ਕਰ ਰਹੇ ਸਨ ਅਤੇ ਮੈਂ ਉੱਥੇ ਸੈਟਰਡੇ ਵਾਲੇ ਦਿਨ ਸਾਂ। ਸੋ ਇਹਦੀ ਰੇਂਜ ਹੈ ਜੀ। ਤਾਂ ਤੁਸੀਂ ਇਸ ਨੰਬਰ ਨੋਟ ਕਰ ਲਓ, 4167167794। ਜਿੰਨੇ ਸੁਣ ਰਹੇ ਨੇ ਧੰਨਵਾਦੀ ਹਾਂ, ਔਰ ਜਿਹੜੇ ਹੁਣ ਮੇਰੇ ਨੰਬਰ ਅਨਾਊਂਸ ਕਰਨ ਤੋਂ ਬਾਅਦ ਜੁੜੇ ਨੇ ਉਹਨਾਂ ਦਾ ਵੀ ਧੰਨਵਾਦ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲਵ ਯੂ ਆਲ ਜਿਹੜੇ ਹੁਣੇ ਜੁੜੇ ਨੇ। ਔਰ ਮੈਂ ਕਿਹਾ ਚੱਲ ਕੁਝ ਨਾਮ ਵੀ ਜ਼ਿਕਰ ਕਰਾਂਗਾ। ਮਿੰਟੂ ਜੀ, ਮਨੀਪੁਰ ਦਾ ਜਿਹੜਾ ਮਾਮਲਾ ਹੈ ਨਾ, ਉਹ ਰੋਕਣ ਦਾ ਨਾਂ ਨਹੀਂ ਲੈ ਰਿਹਾ ਇਸ ਵਕਤ, ਅਜੇ ਚਰਚਾ ਦੇ ਵਿੱਚ ਹੈ। ਪਤਾ ਲੱਗਾ ਹੈ ਕਿ ਵੀਡੀਓ ਬਣਾਉਣ ਵਾਲਾ ਫੋਨ ਵੀ ਫੜ ਲਿਆ ਗਿਆ, ਬੰਦਾ ਵੀ ਕਾਬੂ ਸ਼ਾਇਦ ਹੋ ਗਿਆ ਹੋਊਗਾ। ਹੁਣ ਇਹਦੀ CBI ਜਾਂਚ ਕਰੇਗੀ, ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਹੋ ਜਾਣੀ ਚਾਹੀਦੀ ਹੈ CBI ਜਾਂਚ, ਤਾਂ ਹੋ ਜਾਵੇ, ਉਹਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਨੂੰ ਕੋਈ ਇਤਰਾਜ਼ ਹੈਗਾ। ਪਰ ਗੱਲ ਇਹ ਹੈ ਕਿ ਮਸਲਾ ਤੇ ਇਹ ਹੈ ਕਿ ਬਈ ਫੌਰੀ ਤੌਰ ਤੇ ਕੁਝ ਕਾਰਵਾਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਕਿਉਂ ਨਹੀਂ ਹੋ ਰਹੀਆਂ। ਕਿ 3 ਮਈ ਦੀ ਘਟਨਾ ਹੈ ਤਾਂ 20 ਜੂਨ ਨੂੰ FIR, ਇੰਨੀ FIR ਲੇਟ ਕਰਨ ਵਾਲੇ ਨੂੰ ਕੀ ਸਜ਼ਾ? ਤੇ ਇਹ ਤੋਂ ਇਲਾਵਾ ਜੋ ਪੀੜਤਾ ਹੈ, ਪੀੜਤਾ ਚੋਂ ਵੈਸੇ ਤਾਂ ਪੀੜਤਾ ਚੋਂ ਇੱਕ ਪੀੜਤਾ ਇੱਕ ਸਾਬਕਾ ਸੂਬੇਦਾਰ ਦੀ ਘਰੋਂ ਵੀ ਹੈ, ਪਤਨੀ ਵੀ ਹੈ, ਜਿਹਨੇ ਖੁਦ ਕਾਰਗਲ ਜੰਗ ਚ ਸ਼ਮੂਲੀਅਤ ਕੀਤੀ। ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਉਹਨਾਂ ਦੇ ਮੁਤਾਬਕ ਤਾਂ ਪੁਲਿਸ ਉੱਥੇ ਕੋਲ ਖਲੋਤੀ ਸੀ ਪੁਲਿਸ, ਤੇ ਉਹਨਾਂ ਤੇ ਕੀ ਐਕਸ਼ਨ ਹੈ? ਮਤਲਬ ਕਿ ਇਹਦੇ ਵਾਸਤੇ ਵੀ CBI ਜ਼ਰੂਰੀ ਹੈ। ਜਿੱਦਣ ਵੀਡੀਓ ਵਾਇਰਲ ਹੋਇਆ ਤੇ ਉਹਦੇ ਬਾਅਦ ਫਿਰ ਤੁਸੀਂ ਦੇਖੋ ਕਿ ਕਾਰਵਾਈ ਵੀ ਹੋ ਗਈ। ਸੋ ਜਿਹੜਾ ਇਹ ਸਾਰਾ ਪ੍ਰਬੰਧ ਆ, ਇਸ ਪ੍ਰਬੰਧ ਦੇ ਵਿੱਚ ਜਿਹੜੇ ਨਲਾਇਕ ਬੈਠੇ ਆ, ਕਿ ਉਹਨਾਂ ਤੇ ਕੋਈ ਐਕਸ਼ਨ ਜਿਹੜਾ ਹੈ ਉਹ ਕਰਨ ਵਾਸਤੇ ਤੁਹਾਨੂੰ CBI ਦੀ ਜ਼ਰੂਰਤ ਪੈਂਦੀ ਹੈ। ਬਿਲਕੁਲ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਆ ਕਿ ਖੁਦ ਬਿਰੇਨ ਸਿੰਘ ਜਿਹੜੇ ਚੀਫ ਮਿਨਿਸਟਰ ਨੇ ਉੱਥੋਂ ਦੇ, ਉਹ ਕਹਿ ਰਹੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਵੀਡੀਓ ਹੋ ਸਕਦੀਆਂ ਨੇ ਵੀ ਅਸੀਂ ਇਸੇ ਕਰਕੇ ਤਾਂ ਇੰਟਰਨੈਟ ਬੰਦ ਕਰੀ ਬੈਠੇ ਸੀਗੇ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਹੋ ਸਕਦੀਆਂ ਨੇ। ਮਤਲਬ ਕਿ ਆਦਮੀ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਹੋਣਾ ਜਿਹੜਾ ਖੁਦ ਕਹਿ ਰਿਹਾ ਕਿ ਇਸ ਤਰ੍ਹਾਂ ਹੋਇਆ, ਤੇ ਤੇਰੇ ਰਾਜ ਦੇ ਵਿੱਚ ਜੇ ਇਸ ਤਰ੍ਹਾਂ ਹੋਇਆ ਭਲਿਆ ਮਾਨਸਾ, ਤੇ ਤੂੰ ਉੱਥੇ ਬੈਠਾ ਕਾਹਦੇ ਲਈ?
तो कहने का मतलब यह है कि सीबीआई चलो ये कोई फॉर्मेलिटी नहीं होनी चाहिए। उधर हुण सैशन दे विच जमूद आ, जदों हुण वो जमूद नहीं टुट रहा, ये उत्थे घिरे पे ने, ते ये ऐलान करना कि चलो उत्थे जदों हुण प्रधानमंत्री आउणगे बहस दे विच जिहड़ा बेभरोसगी मता पेश होएगा, तो उत्थे आके कह दो कि जी असीं ते सीबीआई दे हवाले करती है जांच। वो एक डंग टपाऊ चीज़ां हुंदियां ने, वो कह लो कि अपना आप जिहड़ा सियासत दे विच बचाउण वाला वरतारा हुंदा ओहदा हिस्सा हुंदे ने। ये चीज़ां जिहड़ियां वो बाद च हुंदियां रहन, कोई चक्कर नहीं, किसी नूं कोई इतराज़ नहीं, जांच पड़ताल ते आखिर एजेंसियां ने करनी हुंदी है। पर सब तो वड्डियां जिहड़ियां दो गल्लां ने कि एक तां जिन्हां ने ये नलायकी कीती ਤਾਂ ਉਹਨਾਂ ਤੇ ਐਕਸ਼ਨ ਹਜੇ ਤੱਕ ਕਿਉਂ ਨਹੀਂ ਹੋ ਰਿਹਾ, ਤੇ ਦੂਜਾ ਕਿ ਜੇ ਸਰਕਾਰ ਦੇ ਹੱਥਾਂ ਚੋਂ ਕਹਾਣੀ ਨਿਕਲ ਰਹੀ ਹੈ ਕਿਉਂਕਿ ਉੱਥੇ ਦੋ ਭਾਈਚਾਰੇ ਆਪਸ ਚ ਲੜ ਰਹੇ ਨੇ, ਮਰ ਰਹੇ ਨੇ, ਵੱਢ ਰਹੇ ਨੇ, ਬੇਪਤ ਕਰ ਰਹੇ ਨੇ, ਜੇ ਸਥਿਤੀ ਅੰਡਰ ਕੰਟਰੋਲ ਨਹੀਂ ਹੋ ਰਹੀ ਤਾਂ ਤੁਸੀਂ ਸਰਕਾਰ ਨੂੰ ਪਾਸੇ ਕਰਕੇ ਆਰਮੀ ਹਵਾਲੇ ਕਰਕੇ ਉੱਥੇ ਘੱਟੋ ਘੱਟ ਰਹਿਣ ਜੋਗੀ ਥਾਂ ਤੇ ਬਣਾਓ ਨਾ। ਬਿਲਕੁਲ ਕੱਲ ਵੀ ਦੋ ਤਿੰਨ ਮੌਤਾਂ ਹੋਈਆਂ ਨੇ ਉੱਥੇ ਮਣੀਪੁਰ ਚ। ਜੀ ਜੀ ਅੱਛਾ, ਜਿਹੜੀਆਂ ਸਾਡੀਆਂ ਉੱਥੇ ਰਿਜ਼ਰਵ ਫੋਰਸਾਂ ਗਈਆਂ ਨੇ ਉਹਨਾਂ ਵਿਚਾਰਿਆਂ ਦੇ ਕੋਲ ਉਹ ਕਹਿੰਦੇ ਕਿ ਸਾਡੇ ਕੋਲ ਆਰਡਰ ਹੀ ਹੈ ਨਹੀਂ ਦਿੱਲੀ ਤੋਂ, ਅਸੀਂ ਉਦੋਂ ਤੱਕ ਗੋਲੀ ਚਲਾ ਨਹੀਂ ਸਕਦੇ ਜਦੋਂ ਤੱਕ ਸਾਹਮਣੇ ਆ ਕੇ ਕੋਈ ਗੋਲੀ ਨਹੀਂ ਮਾਰਦਾ। ਦੱਸੋ ਤੇ ਉਹ ਤਾਂ ਛੰਡੀ ਜਾਂਦੇ ਨੇ ਇੱਕ ਦੂਜੇ ਤੇ ਗੋਲੀਆਂ, ਤੇ ਉਹ ਸੁਰੱਖਿਆ ਦਸਤਿਆਂ ਦੇ ਉੱਤੇ ਵੀ ਹਮਲੇ ਕਰਦੇ ਨੇ ਜੀ। ਤਾਂ ਗੱਲ ਇਹ ਆ ਕਿ ਇਹਨਾਂ ਪੱਖਾਂ ਤੋਂ ਸੋਚਣ ਦੀ ਜ਼ਰੂਰਤ ਹੈ। ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਇੱਕ ਦਿਨ ਕਿ ਇਹ ਸਥਿਤੀ ਇਸ ਤਰ੍ਹਾਂ ਦੀ ਬਣੀ ਪਈ ਆ ਕਿ ਇੱਕ ਸਰਕਾਰ ਬਚਾਉਂਦੇ ਸਾਰਾ ਨਾਰਥ ਈਸਟ ਜਿਹੜਾ ਉਹ ਕਿਤੇ ਅੱਗ ਦੇ ਹਵਾਲੇ ਨਾ ਕਰ ਬੈਠੇ ਹੋ। ਉੱਥੇ ਅੱਗੇ ਇਨਸਰਜੈਂਸੀ ਬਹੁਤ ਹੈ, ਰਹੀ ਹੈ, ਬਹੁਤ ਹੈ ਵੀ ਹੈ, ਰਹੀ ਵੀ ਹੈ। तो इस करके ये सोचना पवेगा, विचारना पवेगा की करना। बाकी तो भाई इन्हां ते है, यही अथॉरिटी ने, यही रजीम दा हिस्सा ने भाई। सीबीआई करेगी जांच मणिपुर वीडियो दी। सीबीआई ने तो 1984 ਦੇ ਸਿੱਖ ਕਤਲੇਆਮ ਦੀ ਵੀ ਜਗਦੀਸ਼ ਟਾਈਟਲਰ ਬੀਬੀਆਂ ਕਹਿ ਰਹੀ ਸਨ, ਪੀੜਤ ਕਹਿ ਰਹੇ ਸਨ ਕਿ ਟਾਈਟਲਰ ਹੈਗਾ, ਉਹਦੀ ਸੀਬੀਆਈ ਜਾਂਚ ਸੀਗੀ। ਇਹ ਉਹੀ ਤਸਵੀਰ ਦੁਬਾਰਾ ਦੇਸ਼ ਦਾ ਸਾਬਕਾ ਫੌਜੀ ਰੱਖਿਅਕ, ਦੇਸ਼ ਦੀ ਰੱਖਿਆ ਕਰਨ ਵਾਲਾ ਆਪਣੇ ਪਰਿਵਾਰ ਦੀ ਰੱਖਿਆ ਨਹੀਂ ਕਰ ਸਕਿਆ, ਉਹਦਾ ਬਿਆਨ ਸੀਗਾ ਭਾਵਕ। ਸਾਹਮਣੇ ਆ ਵੀ ਦੋਸ਼ੀ ਕਿਹੜੇ ਨੇ, ਪੀੜਤ ਆ ਉਹਦੀ ਪਤਨੀ। ਅੱਛਾ, ਖੇਤੀ ਮਹਿਕਮੇ ਨੇ ਕਿਹਾ, ਪਤਾ ਲੱਗਾ ਕਿ ਦੇਵਾਂਗੇ ਕਿਸਾਨਾਂ ਨੂੰ ਪਨੀਰੀ। ਇਹ ਤੇ ਤੁਹਾਡਾ ਨਜ਼ਰੀਆ ਕੀ ਹੈ ਕਿ ਤੁਸੀਂ ਖੁਦ ਕਿਸਾਨ ਹੋ, ਕੀ ਕਹਿਣਾ ਚਾਹੋਗੇ? ਹੁਣ ਇਹ ਵੀ ਮੇਰੇ ਖਿਆਲ ਦੇ ਨਾਲ ਦੇਖੋ ਇੱਕ ਬੜੀ ਅਜੀਬੋ-ਗਰੀਬ ਸਥਿਤੀ ਬਣ ਜਾਣੀ ਆ, ਕਿਉਂਕਿ ਖੇਤੀਬਾੜੀ ਡਾਇਰੈਕਟਰ ਗੁਰਵਿੰਦਰ ਸਿੰਘ ਤੇ ਕਹਿ ਰਹੇ ਆ ਕਿ 80,000 ਏਕੜ ਥਾਂ ਦੇ ਵਿੱਚ ਝੋਨੇ ਦੀ ਪਨੀਰੀ ਤਿਆਰ ਕਰ ਲਈ ਗਈ ਆ, ਤੇ ਇਹ ਸਾਰੀ ਯੋਜਨਾ ਮਾਨ ਸਾਹਿਬ ਦੀ ਸੀ। ਕਹਿੰਦੇ ਕਿ 10 ਅਗਸਤ ਤੱਕ ਲਾਈ ਜਾਵੇਗੀ। ਇਹਦੇ ਵਿੱਚ PR 26 ਤੇ 1509 ਬਾਸਮਤੀ ਹੈ। ਮਤਲਬ ਕਿ ਗੱਲ ਇਹ ਹੈ ਕਿ 2 ਲੱਖ ਏਕੜ ਦੇ ਵਿੱਚ ਜਿਹੜਾ ਝੋਨਾ ਲੱਗਣਾ ਉਹਦੀ ਤਿਆਰੀ ਆ। ਗੱਲ ਇਹ ਆ ਕਿ ਦੇਖੋ ਚਲੋ ਠੀਕ ਆ, ਮਾਨ ਸਾਹਿਬ ਨੇ ਜਦੋਂ ਇਹ ਐਲਾਨ ਕੀਤਾ ਸੀਗਾ ਉਦੋਂ ਵੀ ਸਵਾਲ ਉੱਠੇ ਸਨ, ਹੁਣ ਵੀ ਇਹੋ ਸਵਾਲ ਹੈ। ਜਿਹੜੇ ਇਹ ਗੱਲ ਕਹਿ ਰਹੇ ਕਿ 10 ਨਵੰਬਰ ਤੱਕ ਝੋਨਾ ਤਿਆਰ ਹੋ ਜਾਏਗਾ ਤੇ ਮਤਲਬ ਕਿ ਉਸ ਤੋਂ ਬਾਅਦ ਕਣਕ ਬੀਜੀ ਜਾ ਸਕਦੀ ਹੈ। ਸੋ ਇਹ ਦੇਖੋ ਮਸਲਾ ਜਿਹੜਾ ਨਾ ਉਹ ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਜਿਹੜੀ ਕਣਕ ਦੀ ਬਿਜਾਈ ਹੁੰਦੀ ਆ, ਇਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਡਾਇਰੈਕਟਰ ਸਾਹਿਬ ਨੂੰ, ਮੈਂ ਦੱਸ ਦਿੰਦਾ ਕਿ ਉਹ ਮੱਧ ਅਕਤੂਬਰ ਚ ਸ਼ੁਰੂ ਹੋ ਜਾਂਦੀ ਆ ਜੀ। ਮੱਧ ਅਕਤੂਬਰ ਤੋਂ ਮੱਧ ਨਵੰਬਰ ਤੱਕ ਮੰਨੀ ਜਾਂਦੀ ਹੈ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਆਈਡੀਅਲ ਟਾਈਮ ਆ ਬਿਜਾਈ ਜਿਹੜੀ ਆ। ਅੱਛਾ, ਇਹ 10-15 ਤੱਕ ਤੇ ਲਿਜਾਈ ਰਹੇ ਆ, ਤੇ 10-15 ਤੱਕ ਇਹ ਸਾਰਾ ਝੋਨਾ ਇੱਕੋ ਵਾਰੀ ਵੱਢਿਆ ਜਾਏਗਾ, ਕਿਵੇਂ ਪੋਸੀਬਲ ਹੈ? ਅੱਛਾ, ਫਿਰ ਸਾਡੇ ਇੱਥੇ ਤਰੇਲ ਪੈਣੀ ਹੁਣ ਸਟਾਰਟ ਹੋ ਜਾਣੀ ਹੈ ਅਗਸਤ ਦੇ ਵਿੱਚ ਜੀ। ਅਗਸਤ ਦੇ ਵਿੱਚ ਉਹ ਜਿਵੇਂ ਜਿਵੇਂ ਅਸੀਂ ਗਾਂ ਸਤੰਬਰ, ਅਕਤੂਬਰ, ਨਵੰਬਰ ਤੱਕ ਜਾਵਾਂਗੇ ਤਾਂ ਤਰੇਲ ਬਹੁਤ ਹੀ ਜ਼ਿਆਦਾ ਪੈਂਦੀ ਹੈ ਨਵੰਬਰ ਚ। ਹੁਣ ਉਹਦੇ ਨਾਲ ਮੋਇਸਚਰ ਆਏਗਾ ਜੀ, ਤਾਂ ਮੋਇਸਚਰ ਦੀ ਇੱਕ ਹੱਦ ਹੁੰਦੀ ਹੈ, ਉਸ ਤੋਂ ਵੱਧ ਮੋਇਸਚਰ ਜਿਹੜਾ ਫਿਰ ਤੁਸੀਂ ਪ੍ਰਕਿਉਰ ਨਹੀਂ ਕਰੋਗੇ। ਫਿਰ ਤੀਜੀ ਗੱਲ ਹੈ ਕਿ ਮੌਨਸੂਨ ਦਾ ਕੋਈ ਇਹ ਥੋੜੀ ਹੈ ਕਿ ਉਹ ਟਰਾਂਸਫਾਰਮਰ ਤੇ ਲੱਗਾ ਘੋੜਾ ਤੁਸੀਂ ਬੰਦ ਕਰ ਦਿੱਤਾ। ਜੇ ਮੰਨ ਲਓ ਇਸ ਸਮੇਂ ਦੇ ਦੌਰਾਨ ਖੁਦਾ ਨਾ ਖਾਸਤਾ ਕਿ ਬਈ ਮੀਂਹ ਪੈ ਜਾਂਦੇ ਆ ਤੇ ਝੋਨਾ ਤਾਂ ਲੇਟ ਪੱਕੇਗਾ, ਝੋਨਾ ਤਾਂ ਬਹੁਤ ਲੇਟ ਹੋ ਜਾਏਗਾ। ਫਿਰ ਜੇ ਮੰਨ ਲਓ ਅਕਤੂਬਰ ਚ ਜਿਵੇਂ ਪਿਛਲੀ ਵਾਰੀ ਹੋਏ ਸਨ, ਮੀਂਹ ਆ ਗਏ ਸੀਗੇ ਅਕਤੂਬਰ ਦੇ ਵਿੱਚ,
ਤੇ ਇਸ ਕਰਕੇ ਇਹ ਨਾ ਹੋਵੇ ਕਿ ਤੁਸੀਂ ਵੀ ਕਿਸਾਨ ਨੂੰ ਇੱਕ ਪਾਸਿਓਂ ਰਾਹਤ ਦੇ ਕੇ ਦੂਸਰੇ ਪਾਸਿਓਂ ਮੁਸੀਬਤ 'ਚ ਫਸਾ ਦਿਓ ਕਿ ਉੱਥੇ ਜਾਂ ਤਾਂ ਮੋਇਸਚਰ ਵਾਲਾ ਝਗੜਾ ਉਹ ਜਾਂ ਤਾਂ ਉਹ ਨਿਬੇੜ ਦਿਓ ਕਿ ਭਾਈ ਕੋਈ ਗੱਲ ਨਹੀਂ ਹੈ, ਇਹ ਹੜ੍ਹ ਪ੍ਰਭਾਵਿਤ ਏਰੀਏ ਦੇ ਵਿੱਚ ਇੰਨੀ ਕੁ ਰਿਲੈਕਸੇਸ਼ਨ ਅਸੀਂ ਦੇ ਦੇਵਾਂਗੇ ਕਿ ਜੇ ਕੋਈ ਮੋਇਸਚਰ ਮਾੜਾ ਮੋਟਾ ਤੈਅ ਸੀਮਾ ਤੋਂ ਤੈਅ ਹੱਦ ਤੋਂ ਜ਼ਿਆਦਾ ਜਾਏਗਾ ਤੇ ਅਸੀਂ ਲੈ ਲਾਂਗੇ। ਠੀਕ ਹੈ ਨਾ ਜੀ। ਸੋ ਇਸ ਕਰਕੇ ਇਹ ਹੁਣ ਸਮਝ ਤੋਂ ਬਾਹਰ ਹੈ ਕਿ ਅੱਗੇ ਕੀ ਹੋਏਗਾ, ਪਰ ਚਲੋ ਬਈ ਜ਼ਿੰਦਗੀ ਤਾਂ ਰੋੜ ਨਹੀਂ ਆ, ਬਾਸਮਤੀ ਤਾਂ ਹੁਣ ਲੱਗੇਗੀ, ਪਰ ਨਾਲ ਜਿਹੜੀ ਇਹ ਕਹਿੰਦੇ ਆ ਕਿ ਅਸੀਂ PR 26 ਵੀ ਲਵਾਵਾਂਗੇ। ਮੈਨੂੰ ਲੱਗਦਾ ਕਿ ਦੇਖੋ ਇਹ ਬੜਾ ਸੋਚ ਕੇ ਵਿਚਾਰ ਕੇ ਜਿਹੜਾ ਨਾ ਉਹ ਡਿਸੀਜਨ ਲੈਣਾ ਪਵੇਗਾ, ਕਿਤੇ ਇਹ ਨਾ ਹੋਵੇ ਕਿ ਗਾਂ ਇੱਕ ਵਾਰੀ ਤਾਂ ਤੁਸੀਂ ਬਲਾ ਟਾਲ ਦੇਵੋ ਆਪਦੇ ਗਲੋਂ, ਪਰ ਉਹ ਕਿਸਾਨਾਂ ਦੇ ਗੱਲ ਜਾ ਕੇ ਗਾਂ ਪੈ ਜਾਵੇ, ਨਾ ਉਹਨਾਂ ਦਾ ਝੋਨਾ ਛੇਤੀ ਵੱਢਿਆ ਜਾਵੇ, ਨਾ ਉਹ ਵਿਕੇ ਤੇ ਨਾ ਛੇਤੀ ਕਣਕ ਬਜਾਈ ਉਹਦੀ ਹੋਵੇ। ਮੇਰੇ ਨਾਲ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਭਾਜੀ, ਚਲੋ ਗੋਲੀ ਦਾ ਹੁਕਮ ਤੇ ਜਿੱਦਾਂ ਤੁਸੀਂ ਦੱਸਿਆ ਵੀ ਸੁਰੱਖਿਆ ਵੱਲ ਕਹਿੰਦੇ ਵੀ ਸਾਨੂੰ ਗੋਲੀ ਦਾ ਹੁਕਮ ਨਹੀਂ ਹੈਗਾ ਦਿੱਲੀ ਤੋਂ, ਉਹ ਤੇ ਗੱਲ ਮੰਨ ਸਕਦੇ ਆ, ਪਰ ਸਾਹਮਣੇ ਜਿਹੜੇ ਲੋਕ ਆ ਉਹ ਹਥਿਆਰ ਲੈ ਕੇ ਜਦੋਂ ਉਹਨਾਂ ਉਹਦੇ ਵਾਸਤੇ ਤਾਂ ਆਰਡਰ ਨਹੀਂ ਮੇਰੇ ਕੋਲ ਚਾਹੀਦੇ। ਹੁਣ AK-47 ਜਿਹੜੀਆਂ ਆਪਣੇ AK-56 ਸਰ ਮੈਂ ਆਪਦੇ ਸ਼ਬਦਾਂ 'ਚ ਕਿਹਾ ਤਾਂ ਹੈ ਸਰ ਕਿ ਉਹ ਕਹਿੰਦੇ ਕਿ ਉਦੋਂ ਤੱਕ ਤੁਸੀਂ ਗੋਲੀ ਨਹੀਂ ਚਲਾ ਸਕਦੇ ਜਦੋਂ ਤੱਕ ਸਾਹਮਣੇ ਉਹ ਨਹੀਂ ਕੋਈ ਮਾਰਦਾ ਤੁਹਾਨੂੰ। ਨਹੀਂ ਸਰ, ਮੈਂ ਉਹ ਨਹੀਂ ਗੱਲ ਸਰ ਕਹਿ ਰਿਹਾ, ਤੁਸੀਂ ਗੱਲ ਪੂਰੀ ਸੁਣੋ ਭਾਜੀ। ਮੈਂ ਇਹ ਕਹਿ ਰਿਹਾ ਭਈ ਅਗਰ ਸਾਹਮਣੇ ਕੋਈ ਗੈਰ ਕਾਨੂੰਨੀ ਹਥਿਆਰ ਲੈ ਕੇ ਬੰਦਾ ਆ ਰਿਹਾ, ਉਹਦੇ ਵਾਸਤੇ ਵੀ ਉਹਨਾਂ ਨੂੰ ਆਰਡਰ ਚਾਹੀਦਾ ਵੀ ਉਹਨੂੰ ਫੜਨ ਦੇ ਲਈ। ਜਿਹੜਾ ਗੈਰ ਜੇ ਮੇਰੀ ਗੱਲ ਸੁਣ, ਪੁਲਿਸ ਦੇ ਸਾਹਮਣੇ AK-47 ਲੈ ਕੇ ਮੈਂ ਖੜ ਜਾਵਾਂ, ਗੋਲੀ ਮੈਂ ਨਹੀਂ ਮਾਰਦਾ। ਮੈਂ ਅਸੀਂ 3-4 ਬੰਦੇ ਕੋਈ AK-47 ਜਾਂ LMG ਲੈ ਕੇ ਖੜ ਜਾਈਏ, ਜਿਹੜੇ ਸਰ ਹੁੰਦੇ ਫੌਜ ਕੋਲ ਹਥਿਆਰ ਆ, ਤਾਂ ਕਿਉਂ ਪੁਲਿਸ ਵਾਲਿਆਂ ਨੂੰ ਜਾਂ ਸੁਰੱਖਿਆ ਵਾਲਿਆਂ ਨੂੰ ਸਰਕਾਰ ਨੂੰ ਆਰਡਰ ਲੈਣ ਦੀ ਲੋੜ ਹੈ ਉਹ ਗੈਰ ਕਾਨੂੰਨੀ ਹਥਿਆਰ ਵਾਲਿਆਂ ਨੂੰ ਫੜਨ ਦੇ ਲਈ? ਭਾਜੀ ਗੱਲ ਨੂੰ ਅੰਡਰਸਟੈਂਡ ਕਰੋ ਕਿ ਉੱਥੇ ਗਰੁੱਪ ਬਣ ਗਏ ਨੇ ਦੋ, ਮਤਲਬ ਕਿ ਭਾਈਚਾਰਿਆਂ ਦੇ ਜਿੱਦਾਂ ਗੁਰਿਲਾ ਯੁੱਧ ਨੀਤੀ ਹੁੰਦੀ ਹੈ, ਇੱਕ ਦੂਜੇ ਦੇ ਪਿੰਡਾਂ ਤੇ ਹਮਲਾ ਕੀਤਾ ਜਾਂਦਾ ਹੈ, ਦੂਸਰੇ ਪਾਸੇ ਉਹ ਡਿਫੈਂਸ 'ਚ ਹਥਿਆਰ ਜੋੜੀ ਖੜੇ ਹੁੰਦੇ ਆ, ਉਹਨਾਂ ਦੇ ਇਸ ਤਰ੍ਹਾਂ ਮੁਕਾਬਲੇ ਹੁੰਦੇ ਨੇ। ਇਹ ਨਹੀਂ ਹੈ ਕਿ ਉਹ ਹਥਿਆਰ ਲੈ ਕੇ ਬਾਜ਼ਾਰਾਂ 'ਚ ਏਦਾਂ ਉਹਨਾਂ ਦੇ ਨਾਲ ਫੜੋ ਫੜਾਈ ਖੇਡਦੇ ਪਏ ਨੇ। ਨਹੀਂ ਕਹਾਣੀ ਜਿਹੜੇ ਤੁਸੀਂ ਕਾਲਰ ਆਪਣੀ ਥਾਂ ਤੇ ਸਹੀ ਹੋ। ਮਿੰਟੂ ਜੀ ਜਿਹੜੀ ਕਵਰੇਜ ਦੇ ਰਹੇ ਨੇ ਉਹ ਜਿਹੜੀ CRP ਜਿਹੜੀ ਫੋਰਸ ਲਾਈ ਆ ਉਹਦੀ ਜਿਹੜਾ ਪ੍ਰਤੀਕਰਮ ਉੱਥੋਂ ਆਇਆ, ਜਿਹੜੀ ਉਹਨਾਂ ਦੀ ਵਰਸ਼ਨ ਆ ਉਹ ਦੱਸ ਰਹੇ ਨੇ ਤੁਹਾਡੀ ਬਿਲਕੁਲ। ਸਰ ਉੱਥੇ ਇੱਕ ਦੈਨਿਕ ਭਾਸਕਰ ਦਾ ਰਿਪੋਰਟਰ ਮਰ ਚੱਲਿਆ ਸੀਗਾ ਜੀ ਉਹ ਫੋਟੋ ਖਿੱਚਣ ਲੱਗਾ ਸੀਗਾ। ਸੁਣੋ ਮੇਰੀ ਗੱਲ ਸਰ ਮੇਰੀ ਪਲੀਜ਼ ਕਾਈਂਡਲੀ ਮੇਰੀ ਗੱਲ ਸੁਣ ਲਓ, ਪਹਿਲਾਂ ਤੁਸੀਂ ਆਪਣੀ ਗੱਲ ਰੱਖੋ। ਮੈਂ ਤਾਂ ਆਪਣੀ ਗੱਲ ਕੰਪਲੀਟ ਕਰਨ ਲੱਗਾ ਸੀ ਤੇ ਮੈਂ ਨਾ ਸੌਰੀ ਮੈਂ ਪਹਿਲਾਂ ਖਤਮ ਕਰ ਗਿਆ, ਮਾਫ ਕਰਨਾ। ਵੀ ਜਿੱਦਾਂ ਤੁਸੀਂ ਦੱਸਿਆ ਨਾ ਵੀ ਉਹ ਹਥਿਆਰਾਂ ਤੇ ਸਾਹਮਣੇ ਨਾਲ ਨਹੀਂ ਚੱਲਦੇ, ਮੈਂ ਤੁਹਾਨੂੰ ਵੀਡੀਓ ਭੇਜਦਾ ਹੁਣੇ ਗੱਲ ਕਰਨ ਤੋਂ ਬਾਅਦ। ਉਹਦੇ ਨਾਲ ਇੱਕ ਗਰੁੱਪ ਉਹਨਾਂ ਨੇ AK-47 ਆਪਣੇ ਕੋਲ ਫੜੀਆਂ ਆ, 2 ਬੰਦੇ ਵਿੱਚ ਆ, ਉਹਨਾਂ ਨੇ LMG ਗਲ 'ਚ ਪਾਈਆਂ ਆ, ਪਟੇ LMG ਨਾਲ ਕੋਈ ਬਿੱਗ ਪਟਾ ਹੁੰਦਾ ਗੋਲੀਆਂ ਦਾ, ਉਹ ਮੁੱਦੇ ਉੱਤੇ ਲਟਕਾਇਆ ਔਰ ਪੁਲਿਸ ਵਾਲੇ ਨਾਲ ਚੱਲਣ ਲੱਗੇ ਉਹਨਾਂ ਦੇ, ਔਰ ਦੇ ਆਰ ਵਾਕਿੰਗ ਟੂਗੇਦਰ। ਮੈਂ ਤੁਹਾਨੂੰ ਹੁਣੇ ਵੀਡੀਓ ਭੇਜਦਾ 2 ਮਿੰਟ ਦੇ ਵਿੱਚ। ਨਹੀਂ ਸਰ ਮੈਂ ਤੁਹਾਨੂੰ ਕੋਈ ਰੱਦ ਨਹੀਂ ਕਰ ਰਿਹਾ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੱਲ ਨੂੰ ਸੁਣ ਲਿਆ ਕਰੋ ਕਿ ਉਹਨਾਂ ਦੇ ਹੱਥ ਸ਼ਾਇਦ ਬੰਨੇ ਹੀ ਇਸ ਕਰਕੇ ਆ ਕਿ ਜੇ ਤੁਸੀਂ ਮਾਰੋਗੇ ਤੇ ਉੱਥੇ ਰਫੜ ਹੋਰ ਵਧੇਗਾ। ਸਰਕਾਰ ਤੇ ਉੱਥੇ ਟਾਕ ਕਰ ਰਹੀ ਹੈ, ਉਸ ਸਥਿਤੀ ਨੂੰ ਸਿਚੁਏਸ਼ਨ ਕੱਲੀਆਂ ਵੀਡੀਓ ਨਾ ਦੇਖੋ ਸਰ, ਉਸ ਸਿਚੁਏਸ਼ਨ ਨੂੰ ਸਮਝੋ ਪਲੀਜ਼। ਮੇਰੀ ਗੱਲ ਕੰਪਲੀਟ ਕਰ ਲੈਣ ਦਿਓ ਸਰ, ਇਹ ਫਿਰ ਮਜ਼ਾ ਨਹੀਂ ਹੈ ਗੱਲ ਦਾ। ਜੇ ਟਾਕ ਸ਼ੋਅ 'ਚ ਆਪਾਂ ਬੈਠੇ ਆ ਤਾਂ ਫਿਰ ਆਪਾਂ ਨੂੰ 2 ਪਾਸੇ ਦੀ ਗੱਲ ਸੁਣਨੀ ਚਾਹੀਦੀ ਹੈ। ਸੁਣੋ, ਦੇਖੋ ਜਿਹੜੀ ਪ੍ਰੋਬਲਮ ਇਹ ਹੈ ਕਿ ਜਿਹੜੇ ਰੇਬਲ ਗਰੁੱਪ ਸੀਗੇ ਕੁਛ ਜਿਹੜੇ ਪਹਿਲਾਂ ਉੱਥੋਂ ਭੱਜ ਭਜਾ ਗਏ ਜਾਂ ਉਹ ਮਤਲਬ ਕਿ ਆਪਦਾ ਆਸੇ ਪਾਸੇ ਹੋ ਗਏ, ਉਹ ਹੁਣ ਸ਼ਾਮਲ ਹੋ ਗਏ ਉਸ ਗੇਮ 'ਚ। ਉਹ ਜਿਹੜੇ 2 ਧੜੇ ਸੀ ਉਹਨਾਂ ਨੂੰ ਉਹ ਗਾਂ ਜਾ ਕੇ ਅਗਵਾਈ ਦੇਣ ਲੱਗ ਪਏ। ਸਰਕਾਰ ਉੱਥੇ ਗੱਲਬਾਤ ਕਰ ਰਹੀ ਹੈ, ਮਤਲਬ ਕਿ ਉਹ ਚਾਹੁੰਦੇ ਆ ਕਿ ਸਾਡੀ ਮਤਲਬ ਕਿ ਕਹਾਣੀ ਖਰਾਬ ਨਾ ਹੋਵੇ। ਜੇ ਆਪਾਂ ਇਸ ਚੀਜ਼ ਨੂੰ ਲਈਏ, ਇਸ ਨੁਕਤੇ ਨੂੰ, ਤਾਂ ਉਹਨਾਂ ਦੇ ਕਹਿਣ ਦਾ ਇਹ ਦੈਨਿਕ ਭਾਸਕਰ ਦਾ ਰਿਪੋਰਟਰ ਜਿਹੜਾ ਬਚ ਕੇ ਆਇਆ, ਉਹਦੇ ਤੇ ਗੋਲੀਆਂ ਚਲਾਈਆਂ ਗਈਆਂ, ਉਹਨੂੰ ਖਿੱਚ ਕੇ ਜਿਹੜੇ ਸੀਗੇ ਉਹ ਸੁਰੱਖਿਆ ਦਸਤੇ ਉਹ ਲੈ ਕੇ ਗਏ ਇੱਕ ਬੰਕਰ 'ਚ। ਫਿਰ ਉਹਨਾਂ ਨੇ ਦੱਸਿਆ ਸਾਰੀ ਗੱਲ ਉਸ ਰਿਪੋਰਟਰ ਨੂੰ ਜਿਹੜਾ ਉੱਥੋਂ ਗੋਲੀਆਂ 'ਚੋਂ ਬਚ ਕੇ ਆਇਆ, ਕਿਉਂਕਿ ਉਹ ਇੱਕ ਅੱਗ ਲੱਗੇ ਘਰ ਦੀ ਫੋਟੋ ਖਿੱਚ ਰਿਹਾ ਸੀ। ਸੁਣੋ ਗੱਲ, ਉਸਨੇ ਖੁਦ ਕਿਹਾ ਕਿ ਮੈਨੂੰ ਇੱਕ ਘਰ ਦੇ ਵਿੱਚ ਫਿਰ ਉਹਨਾਂ ਨੇ ਖੜਿਆ, ਉੱਥੋਂ ਕੱਢ ਕੇ ਉਹ ਕਹਿੰਦੇ ਭਾਈ ਇੱਥੇ ਤਾਂ ਬਹੁਤ ਬੁਰੀ ਹਾਲਤ ਹੈ, ਇੱਥੇ ਬਹੁਤ ਬੁਰੀ ਹਾਲਤ ਹੈ, ਸਾਡੇ ਵੀ ਹੱਥ ਪੂਰੀ ਤਰ੍ਹਾਂ ਨਹੀਂ ਖੋਲੇ ਜਾ ਰਹੇ।
ਤਾਂ ਸਰਕਾਰ ਦੂਸਰੇ ਪਾਸੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ, ਬੈਕਡੋਰ ਕਰ ਰਹੀ ਹੈ ਜਾਂ ਫਰੰਟ ਡੋਰ ਕਰ ਰਹੀ ਹੈ, ਮੈਨੂੰ ਪਤਾ ਨਹੀਂ ਉਸ ਚੀਜ਼ ਦਾ। ਮਤਲਬ ਇਹ ਆ ਕਿ ਉਹ ਜੋ ਕਰ ਰਹੇ ਆ ਉੱਥੇ ਆਪਾਂ ਨੂੰ ਸਾਹਮਣੇ ਸਾਰਿਆਂ ਨੂੰ ਪਤਾ ਹੀ ਹੈ, ਪਰ ਸਰਕਾਰ ਜਿਹੜੀ ਹੈ ਉਹ ਕਿਸ ਤਰ੍ਹਾਂ ਨਜਿੱਠ ਰਹੀ ਹੈ, ਆਪਾਂ ਉਹਦੀ ਉਹ ਤੇ ਗੱਲ ਕਰ ਰਹੇ ਹਾਂ। ਬਿਲਕੁਲ, ਮੈਂ ਵੀ ਇਹਦੇ ਵਿੱਚ ਇਹੀ ਗੱਲ ਕਹਿਣ ਲੱਗਾ ਸੀ ਮਿੰਟੂ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਕਿ ਕਾਲਰ ਆਪਣੀ ਥਾਂ ਤੇ ਸਹੀ ਹੋ ਸਕਦੇ ਨੇ। ਕਿਸੇ ਵੇਲੇ ਕੀ ਹੁੰਦਾ ਕਿ ਪੁਲਿਸ ਵਾਲੇ ਸਿਵਲ ਦੇ ਵਿੱਚ ਹੀ, ਉਹਨਾਂ ਕੋਲ ਪੁਲਿਸ ਵਾਲਿਆਂ ਦੇ ਹਥਿਆਰ ਸਿਵਲ ਦੇ ਵਿੱਚ ਹੁੰਦੇ ਨੇ। ਆਮ ਤੌਰ ਤੇ ਵੇਖਿਆ ਸਿਵਲ ਦੇ ਵਿੱਚ ਸਾਡੇ ਬੰਦੇ ਵੀ ਹੁੰਦੇ ਨੇ, ਤੇ ਪੁਲਿਸ ਦੀ ਵਰਦੀ ਪਾ ਕੇ ਦੂਜੇ ਬੰਦੇ ਵੀ ਆਪਣੇ ਬੰਦਿਆਂ ਦੇ ਨਾਲ ਤੁਰ ਫਿਰਦੇ ਨੇ, ਆਪਣੇ ਬੰਦੇ ਤੁਰੇ ਫਿਰ ਸਕਦੇ। ਨਾਲੇ ਪੁਲਿਸ ਵਾਲੇ ਵੀਡੀਓ ਦਾ ਸਾਡੇ ਕੋਲ ਪ੍ਰੂਫ ਥੋੜੀ ਆ। ਪੁਲਿਸ ਤਾਂ ਰੇਪ ਵੇਲੇ ਵੀ ਮੂਕ ਦਰਸ਼ਕ ਬਣੀ ਰਹੀ ਹੈ ਉੱਥੇ ਜੀ। ਹੁਣ ਸਾਡੇ ਕੋਲ ਇਹ ਕੋਈ ਸਬੂਤ ਨਹੀਂ ਹੈਗਾ ਕਿ ਜਿਹੜੀ ਉਹ ਵੀਡੀਓ ਹੈ ਜੋ ਤੁਸੀਂ ਸਾਨੂੰ ਭੇਜਦੇ ਹੋ ਵੀ ਉਹ ਕਾਲਰ, ਕਿ ਉਹ ਵੀਡੀਓ ਸ਼ੂਟ ਕਿੱਥੇ ਹੋਈ ਹੈ। ਉਹ ਪੁਲਿਸ ਵਾਲੇ ਨੇ ਸਿਵਲ ਦੇ ਵਿੱਚ, ਅੱਧੇ ਪੁਲਿਸ ਵਾਲੇ ਨੇ, ਅੱਧੇ ਸਿਵਲ ਦੇ ਵਿੱਚ ਨੇ, ਉਹਨਾਂ ਕੋਲ ਰਵਾਇਤੀ ਹਥਿਆਰ ਨੇ, ਜਾਂ ਉਹੀ ਬੰਦੇ ਜਿਹੜੇ ਨੇ ਉੱਥੋਂ ਦੇ ਜਿਹੜੇ ਗਰੁੱਪ ਵਾਲੇ ਨੇ, ਉਹਨਾਂ ਦੇ ਵਿੱਚ ਅੱਧੇ ਪੁਲਿਸ ਵਾਲੇ ਵਰਦੀ ਪਾ ਕੇ ਉਹਨਾਂ ਦੇ ਬੰਦੇ ਤੁਰੇ ਫਿਰਦੇ ਹੋਣ ਆਪਣੇ ਝਕਾਨੀ ਦੇਣ ਵਾਸਤੇ। ਵੀ ਨੈਵਰ ਨੋ, ਅਸੀਂ ਉਹਦੀ ਕੋਈ ਪੁਸ਼ਟੀ ਥੋੜੀ ਕਰ ਸਕਦੇ ਹਾਂ ਵੀਡੀਓ ਦੀ। ਨਹੀਂ ਸਰ, ਉਹੀ ਹੈ ਨਾ, ਐਕਚੁਅਲ ਉੱਥੇ ਸਿਚੁਏਸ਼ਨ ਕੀ ਹੈ ਉਸ ਨੂੰ ਦੇਖੋ ਕਿ ਉਹ ਪੀੜਤ ਤਾਂ ਕਹਿ ਰਿਹਾ ਕਿ ਪੁਲਿਸ ਤਾਂ ਮੂਕ ਦਰਸ਼ਕ ਬਣੀ ਸੀ। ਇਹਦਾ ਮਤਲਬ ਕਿ ਉੱਥੇ ਇੰਨਾ ਜ਼ਿਆਦਾ ਹਾਵੀ ਹੋ ਗਿਆ ਉਹ ਸਾਰਾ ਕੁਝ। ਮੈਂ ਉਹੀ ਤੇ ਕਹਿ ਰਿਹਾ ਕਿ ਭਾਈ ਸਥਿਤੀ ਤੁਹਾਡੇ ਕੋਲ ਅੰਡਰ ਕੰਟਰੋਲ ਨਹੀਂ ਹੁੰਦੀ ਤਾਂ ਤੁਸੀਂ ਉੱਥੇ ਗਵਰਨਰੀ ਰਾਜ ਲਾ ਦਿਓ, ਰਾਸ਼ਟਰਪਤੀ ਰਾਜ ਲਾ ਦਿਓ। ਬਿਲਕੁਲ, ਪੰਜਾਬ ਥੋੜੀ ਆ, ਆਰਮੀ ਦੇ ਹਵਾਲੇ ਕਰੋ ਸਾਰਾ ਕੁਝ। ਫਿਰ ਹੋਰ ਕੀ ਹੈ, ਆਹੀ ਗੱਲ ਤੇ ਆਪਾਂ ਕਹਿ ਰਹੇ ਹਾਂ ਸਰ। ਬਿਲਕੁਲ, ਉਹ ਪੰਜਾਬ ਨਹੀਂ ਹੈ, ਉੱਥੇ ਭਾਜਪਾ ਦੀ ਸਰਕਾਰ ਹੈ, ਹੋਰ ਕਿਸੇ ਗੱਲ ਬਸ ਆਹੀ ਅਸੀਂ ਕਰ ਰਹੇ ਹਾਂ ਬਸ। ਉਹ ਬਈ ਗੱਲ ਇਹ ਆ ਕਿ ਸਰਕਾਰ ਨੂੰ ਤੁਸੀਂ ਬਚਾਉਣ ਵਾਸਤੇ ਉੱਥੇ ਸਾਰੇ ਖਿੱਤੇ ਨੂੰ ਕਿਉਂ ਬਲਦੀ ਦੇ ਬੂਥੇ ਪਾ ਰਹੇ ਹੋ, ਆਹੀ ਗੱਲ ਅਸੀਂ ਕਰ ਰਹੇ ਹਾਂ। ਕਈ ਵਾਰ ਸਮਝਣ ਦੇ ਵਿੱਚ ਥੋੜਾ ਉਹ ਹੋ ਜਾਂਦਾ। ਚਲੋ ਕੋਈ ਅਸੀਂ ਵੀ ਤੇ ਇਹੀ ਗੱਲ ਕਹਿ ਰਹੇ ਹਾਂ। ਸੰਦੀਪ ਸਿੰਘ ਦੇ ਖਿਲਾਫ ਹੋ ਸਕਦੀ ਹੈ ਜਲਦ ਕਾਰਵਾਈ, ਕੀ ਕਹਿਣਾ ਚਾਹੋਗੇ? ਇਹ ਸੰਦੀਪ ਸਿੰਘ ਉਹ ਹੈ ਜੀ, ਖੇਡ ਮੰਤਰੀ ਹੈ ਜਿਹੜਾ ਹਰਿਆਣੇ ਵਾਲਾ। ਦਰਅਸਲ ਕੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜੋ ਹਾਈ ਕੋਰਟਾਂ ਦੇ ਵਿੱਚ ਇਸ ਵੇਲੇ, ਹਾਈ ਕੋਰਟਾਂ ਦੇ ਵਿੱਚ ਨਹੀਂ ਕਹਿ ਸਕਦੇ ਆਪਾਂ, ਮੈਂ ਥੋੜਾ ਜਿਹਾ ਤੁਹਾਨੂੰ ਸਮਝਾ ਦੇਣਾ, ਜਿਹੜੇ ਅਪਰਾਧਿਕ ਮਾਮਲੇ ਜੀ VIPs ਤੇ ਲੀਡਰਾਂ ਤੇ ਛੇਤੀ ਨਿਬੇੜਨ ਵਾਲਾ ਮਸਲਾ ਤੁਹਾਨੂੰ ਯਾਦ ਆ ਜਾਏਗਾ ਸਾਰਾ ਕੁਝ। ਫਿਰ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹਨਾਂ ਦੇ ਕੇਸ ਜਲਦੀ ਨਿਬੇੜੋ, ਜਿੰਨੇ ਨੇਤਾਵਾਂ ਦੇ ਨੇ, ਯਾਨੀ MLA MPs ਤੇ ਸਾਬਕਾ ਆ ਗਏ। ਹੁਣ ਜਿਹੜਾ ਟਾਈਟਲਰ ਹੈ ਨਾ, ਟਾਈਟਲਰ ਫਸੇਗਾ, ਤੁਹਾਨੂੰ ਮੈਂ ਦੱਸ ਦਿੰਦਾ। ਆ ਜਿਹੜਾ ਟਾਈਟਲਰ ਦਾ ਤੁਸੀਂ ਨਾਮ ਲਿਆ ਸੀਗਾ ਨਾ, ਟਾਈਟਲਰ ਹੁਣ ਫਸੇਗਾ। ਕਿਉਂਕਿ ਸਾਬਕਾ MP ਆ। ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਦਿਨਾਂ 'ਚ ਲਗਾਤਾਰ ਖਬਰਾਂ ਆਈਆਂ ਕਿ ਇਹਦੇ ਖਿਲਾਫ ਮਾਮਲਾ ਗਿਆ, ਚਾਰਜ ਸ਼ੀਟ ਹੋ ਗਈ, ਹੁਣ ਇਹਨੂੰ ਤਲਬ ਕਰ ਲਿਆ। ਉਹ ਇਸੇ ਚੀਜ਼ ਦਾ ਹਿੱਸਾ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਸਨ ਕਿ ਜਿੰਨੇ ਵੀ ਇਹ ਹੈਗੇ ਨੇ ਯਾਨੀ ਨੁਮਾਇੰਦੇ ਜਾਂ ਸਾਬਕਾ ਨੁਮਾਇੰਦੇ, ਇਹਨਾਂ ਦੇ ਕੇਸ ਇੱਕ ਤਾਂ ਰਿਵਿਊ ਕਰੋ, ਇੱਕ ਜਲਦੀ ਨਿਬੇੜੋ। ਤਾਂ ਉਹਦੇ 'ਚ ਹਾਈ ਕੋਰਟ ਕੀ ਬਣਾ ਦਿੱਤੀ, ਨਿਗਰਾਨੀ ਬੋਡੀ, ਵੀ ਇਹ ਤੁਸੀਂ ਨਿਗਰਾਨੀ ਕਰਨੀ ਆ। ਤੇ ਉਹਦੇ 'ਚ ਇੱਕ ਹੁਕਮ ਇਹ ਵੀ ਦਿੱਤਾ ਗਿਆ ਸੀਗਾ ਕਿ ਅੱਗੇ ਆਮ ਤੌਰ ਤੇ ਜਿਵੇਂ ਮੰਨ ਲਓ ਭਗਵੰਤ ਮਾਨ ਤੇ ਕੇਸ ਚੱਲਦੇ ਆ, ਕਈ ਚੱਲਦੇ ਆ, 2-3 ਹੈ ਮੇਰੇ ਖਿਆਲ ਦੇ ਨਾਲ, ਜੇ ਮੈਂ ਗਲਤ ਨਹੀਂ ਆ, ਤਾਂ ਹੁੰਦਾ ਕੀ ਹੈ ਕਿ ਭਗਵੰਤ ਮਾਨ ਜੀ ਜਦੋਂ ਪਾਵਰ 'ਚ ਆਏ ਤੇ ਆਪ ਹੀ ਇਹਨਾਂ ਦੀਆਂ ਜਿਹੜੀਆਂ ਹੈਗੀ ਵਿਜੀਲੈਂਸ ਹੈ ਜਾਂ ਪੁਲਿਸ ਹੈ ਕੋਈ ਵੀ, ਤਾਂ ਉਹਨਾਂ ਨੇ ਜਾ ਕੇ ਕਹਿ ਦਿੱਤਾ ਜੀ ਕਿ ਆ ਜੋ ਚੱਕੋ ਜੀ ਕਲੋਜ਼ਰ ਰਿਪੋਰਟ ਹੈ। ਕਲੋਜ਼ਰ ਰਿਪੋਰਟ ਆਪਾਂ ਬਾਦਲਾਂ ਦੇ ਖਿਲਾਫ ਵੀ ਵੇਖੀ ਤੇ ਕੈਪਟਨ ਦੇ ਖਿਲਾਫ, ਤਾਂ ਉਹ ਕੇਸ ਹੀ ਜਾ ਕੇ ਉਹਨਾਂ ਨੇ ਕਹਿ ਦਿੱਤਾ ਜੀ ਨਹੀਂ ਜੀ ਕਲੋਜ਼ ਬੰਦ ਹੈ। ਤਾਂ ਉਹ ਹਾਈ ਕੋਰਟਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਜੇਕਰ ਕਿਸੇ ਵੀ ਨੁਮਾਇੰਦੇ ਦਾ ਕੇਸ ਇਸ ਤਰ੍ਹਾਂ ਬੰਦ ਹੋਣਾ ਹੈ ਤਾਂ ਹਾਈ ਕੋਰਟ ਤੋਂ ਅਪਰੂਵਲ ਜ਼ਰੂਰੀ ਹੈ। ਇੱਕ ਚੰਗਾ ਕੰਮ ਕਰਤਾ ਸੀ। ਹੁਣ ਹਾਈ ਕੋਰਟਾਂ ਨੇ ਇਹਨਾਂ ਆਪਣੇ ਪੰਜਾਬ ਤੇ ਹਰਿਆਣੇ ਦੋਨਾਂ ਮਾਮਲਿਆਂ ਨੂੰ ਦੇਖਿਆ, ਜਿਹਦੇ ਚ ਵਿਰਸਾ ਸਿੰਘ ਬਿਲਟੋ ਵਾਲਾ ਤੁਹਾਨੂੰ ਯਾਦ ਹੋਣਾ, ਉਹ ਨਿਕਲ ਆਇਆ ਸੀਗਾ ਨਾ 35-40 ਸਾਲ ਪੁਰਾਣਾ। ਬਿਲਕੁਲ ਬਿਲਕੁਲ, ਉਹਦੇ ਚ ਉਹਦਾ ਨਿਬੇੜਾ ਹੋ ਗਿਆ। ਹੁਣ ਕੀ ਹੈ ਕਿ ਸੰਦੀਪ ਸਿੰਘ ਵਾਲਾ ਮਾਮਲਾ ਵੀ ਉੱਥੇ ਗਿਆ। ਉੱਥੇ ਹਾਈ ਕੋਰਟ ਨੇ ਜਦ ਦੇਖਿਆ, ਉਹਨਾਂ ਨੇ ਪੁੱਛਿਆ ਕਿ ਹਾਂ ਬਈ ਤੁਸੀਂ ਤੇ ਜਾਂਚ ਦੇ ਨਾਮ ਤੇ ਲਟਕਾਈ ਜਾਂਦੇ ਜੇ ਕੰਮ, ਤਾਂ ਇਹਨਾਂ ਦੇ IG ਨੇ ਜਾ ਕੇ ਉੱਥੇ ਇਸ ਗੱਲ ਦੇ ਸੰਕੇਤ ਦਿੱਤੇ ਆ ਕਿ ਦੇਖੋ ਜੀ ਅਸੀਂ ਜਲਦੀ ਕਾਰਵਾਈ ਅਮਲ ਚ ਲਿਆਵਾਂਗੇ। ਮਤਲਬ ਇਹ ਆ ਕਿ ਉਸ ਵਕਤ ਤੋਂ ਜੇ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਸੰਦੀਪ ਸਿੰਘ ਵਾਲਾ ਮਾਮਲਾ ਜਿਹੜਾ ਅੱਧ ਵਿਚਾਲੇ ਲਟਕਾਇਆ ਹੋਇਆ ਇਹਨਾਂ ਨੇ, ਉਹਨੂੰ ਲਟਕਾਇਆ ਗਿਆ। ਉਸ ਕੁੜੀ ਤੇ ਹਮਲਾ ਵੀ ਹੋਇਆ, ਉਹਨੂੰ ਮਾਰ ਦੇਣ ਲੱਗੇ ਸੀਗੇ। ਇੱਕ ਸ਼ਾਇਦ ਫਾਰਚੂਨਰ ਗੱਡੀ ਸੀਗੀ, ਉਹਨੂੰ ਹਿੱਟ ਕਰ ਚੱਲੀ ਸੀਗੀ, ਮਸਾਂ ਬਚੀ ਆ ਉਹ। ਮਤਲਬ ਕਿ ਉਹ ਲਟਕਾਇਆ ਹੋਇਆ ਮਾਮਲਾ ਜਿਹੜਾ ਸ਼ਾਇਦ ਤੁਹਾਨੂੰ ਪਤਾ ਲੱਗ ਸਕਦਾ। ਇਹਨਾਂ ਨੇ ਐਸੇ ਸੰਕੇਤ ਉੱਥੇ ਦਿੱਤੇ ਨੇ ਜਾ ਕੇ। ਦੋਸਤੋ, ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ। ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਸਾਥ ਦੇ ਰਹੇ ਸਨ ਮਿੰਟੂ ਗੁਰੂਸਰੀ ਜੀ। ਪ੍ਰੋਗਰਾਮ ਦੇ ਪ੍ਰਤੀ ਤੁਸੀਂ ਵੀ ਔਨ 에ਅਰ ਆ ਕੇ ਆਪਣਾ ਸਵਾਲ ਕਰ ਸਕਦੇ ਹੋ, ਨੋ ਪ੍ਰੋਬਲਮ। ਤੁਹਾਡੇ ਵਿਚਾਰਾਂ ਦੀ ਕਦਰ ਕਰਦੇ ਹਾਂ ਹਮੇਸ਼ਾ ਹੀ। ਨੰਬਰ ਟੂ ਕਾਲ 905 813 1320, ਪਰਸਨਲ ਨੰਬਰ 4167167794। ਚੈਨਲ ਨੂੰ ਜੇ ਤੁਸੀਂ ਦੇਖ ਰਹੇ ਹੋ
ਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਸਕਦੇ ਹੋ। YouTube Facebook ਦੇ ਰਾਹੀਂ ਦੇਖ ਰਹੇ ਹੋ, ਸਾਡੀ ਬੇਨਤੀ ਹੈ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈਲ ਬਟਨ ਔਨ ਕਰ ਲਓ, ਤਾਂ ਕਿ ਕੱਲ੍ਹ ਜਦੋਂ ਫਿਰ ਅਸੀਂ ਸਮੇਂ ਦੇ ਨਾਲ ਇਹ ਟਾਕ ਸ਼ੋ ਲੈ ਕੇ ਆਈਏ ਤੁਹਾਨੂੰ ਐਡਵਾਂਸਡ ਇਨਫੋਰਮੇਸ਼ਨ ਮਿਲ ਜਾਵੇ ਅਤੇ ਤੁਸੀਂ ਸਾਡੇ ਨਾਲ ਜੁੜ ਸਕੋ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।